ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੈਰੋ ਮਹੱਲਾ ਪੰਜਵਾ। ਨਿਰਤਨ ਕੋ ਤੁਮ ਦੇਵਹੁ ਧਨਾ ਅਨਕ ਪਾਪ ਜਾਹੇ ਨਿਰਮਲ ਮਨਾ। ਨਿਰਧਨ ਕਉ ਤੁਮ ਦੇਵਹੁ ਧਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗ ਜੁਗ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੈਰੋ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਗੁਰਬਾਣੀ ਦੇ ਰਚਨਹਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ
ਅਪਾਰ ਕਿਰਪਾ ਦਾ ਸਦਕਾ ਸਾਹਿਬਾਂ ਦੀ ਹਜ਼ੂਰੀ 'ਚ ਜੁੜ ਮਿਲ ਬੈਠ ਕੇ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦੀ ਕਥਾ ਵਿਚਾਰ ਸੁਣੋ। ਭੈਰੋਂ ਰਾਗ ਦੇ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਫੁਰਮਾਨ ਕਰਦੇ ਹਨ। ਨਿਰਤਨ ਕਉ ਤੁਮ ਦੇਵਹੁ ਧਨ। हे ਪਰਮਾਤਮਾ ਤੂੰ ਧਨ ਤੋਂ ਹੀਣ ਮਨੁੱਖ ਨੂੰ ਦੌਲਤ ਦੇਣਾ ਕਰਦਾ ਹੈ ਜਾਂ ਨਾਮ ਰੂਪ ਧਨ ਤੋਂ ਹੀਣੇ ਮਨੁੱਖ ਨੂੰ ਆਪਣਾ ਨਾਮ ਰੂਪੀ ਧਨ ਗੁਰਾਂ ਦੁਆਰਾ ਦੇਣਾ ਕਰਦਾ ਹੈ। ਅਨਕ ਪਾਪ ਜਾਹੇ ਨਿਰਮਲ ਮਨ। हे ਮਹਾਰਾਜ ਜਿਸ ਕਰਕੇ ਨਾਮ ਜਪਣ ਦੇ ਨਾਲ ਉਸ ਮਨੁੱਖ ਦੇ ਅਨੇਕਾਂ ਹੀ ਜਨਮਾਂ ਦੇ ਪਾਪ ਚਲੇ ਜਾਂਦੇ ਹਨ ਅਤੇ ਹਿਰਦਾ ਉਜਲ ਹੋ ਜਾਂਦਾ ਹੈ। ਸਗਲ ਮਨੋਰਥ ਪੂਰਨ ਕਾਮ। ਉਸ ਦੇ ਸਾਰੇ ਮਨ ਦੇ ਫੁਰਨੇ ਅਤੇ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਭਗਤ ਆਪਣੇ ਕਉ ਦੇਵਹੁ ਨਾਮ। ਇਹ ਪਰਮਾਤਮਾ ਤੂੰ ਆਪਣੇ ਜਿਸ ਭਗਤ ਸੇਵਕ ਨੂੰ ਆਪਣਾ ਨਾਮ ਦੇਣਾ ਕਰਦਾ ਹੈ ਸੋ ਉਹਦੇ ਪਾਪ ਜਾਗ ਚਲੇ ਜਾਂਦੇ ਨੇ, ਮਨ ਨਿਰਮਲ ਹੋ ਜਾਂਦਾ, ਸਾਰੇ ਮਨ ਦੇ ਮਨੋਰਥ ਪੂਰੇ ਹੋ ਜਾਂਦੇ ਨੇ। ਸਫਲ ਸੇਵਾ ਗੋਪਾਲ ਰਾਏ। हे ਰਾਜਾ ਪ੍ਰਕਾਸ਼ ਰੂਪ ਪਰਮਾਤਮਾ ਤੇਰੀ ਜੋ ਟਹਿਲ ਭਗਤੀ ਉਹ ਸਫਲੀ ਸਹਿਤ ਗਿਆਨ ਫਲ ਦੇ ਹੈ। ਕਰਨ ਕਰਾਵਨ ਹਰ ਸੁਆਮੀ। ਇਹ ਸਾਰੇ ਕਾਰਜਾਂ ਨੂੰ ਕਰਨ ਤੇ ਕਰਾਉਣ ਵਾਲੇ ਮਾਲਕ ਪਰਮਾਤਮਾ। ਖਤਾ ਤੇ ਬਿਰਥਾ ਕੋਈ ਨ ਜਾਏ। ਕਰਨ ਕਰਾਵਨ ਹਰ ਸੁਆਮੀ। ਜਿਸ ਤਾਤੇ ਹਾਂ ਤਾਤੇ ਬਿਰਥਾ ਕੋਈ ਨ ਜਾਏ। ਸੋ ਤਿਸ ਆਪ ਜੀ ਤੋਂ ਕੋਈ ਵੀ ਬਿਰਥਾ ਖਾਲੀ ਨਹੀਂ ਜਾਂਦਾ ਹੈ। ਕੋਈ ਵੀ ਸੋ ਤੇਰੇ ਤੋਂ ਪੀੜਾ ਪੈਦਾ ਨਹੀਂ ਹੁੰਦੀ, ਤੇਰੇ ਨਾਮ ਤੋਂ। ਐਸੀ ਆਪ ਜੀ ਦੀ ਕਿਰਪਾ ਹੈ। ਸੋ ਖਿਨ ਮੈਂ ਊਣੇ ਸੁਭਰ ਭਰਿਆ। ਇੱਕ ਖਿਨ ਦੇ ਵਿੱਚ ਹੀ ਤੂੰ ਊਣਿਆਂ ਨੂੰ ਲਬਾ ਲਬ ਭਰ ਦਿੰਦਾ ਹੈ ਮਹਾਰਾਜ। ਖਿਨ ਮਹਿ ਅਵਰ ਖਿਨੇ ਮੈਂ ਅਵਰਾ ਅਚਲ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ। ਸੋ ਠਾਕੁਰ ਅਗਮਾ ਪਾਰੇ ਐਸਾ ਆਪ ਜੀ ਦਾ ਨਾਮ ਹੈ। ਆਪ ਜੀ ਨਾਮ ਜਪਣ ਵਾਲਿਆਂ ਦੇ ਇਹੋ ਜਿਹੀ ਕਿਰਪਾ ਕਰਨ ਵਾਲੇ ਹੋ। ਤਿਸ ਆਪ ਜੀ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ ਹੈ। ਸਾਰੇ ਹੀ ਝੋਲੀਆਂ ਭਰ ਕੇ ਜਾਂਦੇ ਹਨ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਰੋਗੀ ਕਾ ਪ੍ਰਭ ਖੰਡਾ ਰੋਗਾ। हे ਪਰਮਾਤਮਾ ਜੀ ਤੁਸੀਂ ਪ੍ਰਤੱਖ ਰੋਗੀ ਜਾਂ ਅਗਿਆਨ ਦੇ ਰੋਗੀ ਜਾਂ ਵਿਕਾਰਾਂ ਆਦਿਕ ਦੇ ਰੋਗੀ ਮਨੁੱਖ ਦਾ ਰੋਗ ਨਾਮ ਰੂਪ ਖੜਗ ਖੰਡੇ ਨਾਲ ਜਾਂ ਗਿਆਨ ਰੂਪ ਖੜਗ ਦੇ ਨਾਲ ਕੱਟਣਾ ਕਰਦੇ ਹੋ। ਦੁਖੀਏ ਕਾ ਮਿਟਾਵਹੁ ਪ੍ਰਭ ਸੋਗਾ। ਇਹ ਪਰਮਾਤਮਾ ਥਾਂ ਤੋਂ ਹੀਣੇ ਨੂੰ ਤੁਸੀਂ ਥਾਂ ਦੇ ਕੇ ਸੋ ਬਿਠਾਉਣਾ ਕਰਦੇ ਹੋ। ਜਿਹੜੇ ਦੁਖੀ ਮਨੁੱਖ ਹਨ ਉਹਨਾਂ ਦਾ ਆਪ ਜੀ ਦੁੱਖ ਤੇ ਜਿਹੜਾ ਸੋਗ ਹੈ ਵਿਛੋੜੇ ਦਾ ਗਮ ਉਹ ਦੂਰ ਕਰਦੇ ਹੋ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧੀਆ ਤੇ ਪੂਰਨ ਸਤਿਗੁਰ ਗਿਆਨ
ਐਸਾ ਆਪ ਜੀ ਦਾ ਨਾਮ ਆਪ ਜੀ ਬਖਸ਼ਿਸ਼ਾਂ ਕਰਨ ਵਾਲੇ ਹੋ। ਨਿਥਾਵੇ ਕੋ ਤੁਮ ਥਾਨ ਬਿਠਾਵਹੁ। ਜਿਹੜੇ ਮਹਾਰਾਜ ਸਰੂਪ ਰੂਪੀ ਥਾਨ ਤੋਂ ਹੀਣੇ ਨੇ ਉਹਨਾਂ ਨੂੰ ਆਪ ਜੀ ਸਰੂਪ ਰੂਪੀ ਥਾਂ ਦੇ ਕੇ ਬਿਠਾਉਣਾ ਕਰਦੇ ਹੋ, ਜਾਂ ਪ੍ਰਤੱਖ ਜਿਨ੍ਹਾਂ ਦੀ ਕੋਈ ਜਗ੍ਹਾ ਨਹੀਂ, ਕੋਈ ਥਾਂ ਨਹੀਂ, ਤੁਸੀਂ ਉਹਨਾਂ ਨੇ ਥਾਮੀਆਂ ਦੇ ਥਾਮ ਹੋ। ਗੁਰੂ ਘਰ ਦੇ ਵਿੱਚ ਰਹਿਸ਼ ਵੀ ਮਿਲਦੀ ਹੈ, ਖਾਣਾ ਵੀ ਮਿਲਦਾ ਹੈ, ਆਤਮਿਕ ਰੂਹ ਦੀ ਖੁਰਾਕ ਵੀ ਮਿਲਦੀ ਹੈ। ਔਰ ਕੋਈ ਰੋਗੀ ਦੁਖੀ ਆਵੇ ਉਹਨੂੰ ਸੁੱਖ ਵੀ ਮਹਾਰਾਜ ਪ੍ਰਾਪਤ ਕਰਾਉਂਦੇ ਨੇ। ਐਸੀ ਆਪ ਜੀ ਦੀ ਬਖਸ਼ਿਸ਼ ਹੈ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ 12 ਵਾਰ ਬਖਸ਼ੇ ਸੀ। ਨਿਮਾਣੀਆਂ ਦੇ ਮਾਣ, ਨਿਤਾਣੀਆਂ ਦੇ ਤਾਣ, ਨਿਉਟੀਆਂ ਦੀ ਓਟ, ਨਿਆਸਰਿਆਂ ਦੇ ਆਸਰ, ਨਿਥਾਵੀਆਂ ਦੇ ਥਾਂ। ਐਸੀ ਮਹਾਰਾਜ ਤੁਸੀਂ ਬਖਸ਼ਿਸ਼ਾਂ ਕਰਨ ਵਾਲੇ ਹੋ। ਦਾਸ ਆਪਣੇ ਕਉ ਭਗਤੀ ਲਾਵਹੁ। ਜਿਹੜੇ ਆਪ ਜੀ ਦੇ ਸੇਵਕ ਹਨ, ਆਪ ਜੀ ਦੇ ਦਾਸ ਨੇ, ਉਹਨਾਂ ਨੂੰ ਪ੍ਰੇਮਾ ਭਗਤੀ ਦੇ ਵਿੱਚ ਲਾਉਣ ਵਾਲੇ ਹੋ ਜੀ। ਨਿਮਾਣੇ ਕਉ ਪ੍ਰਭ ਦੇ ਤੂ ਮਾਨਾ। ਇਹ ਪਰਮਾਤਮਾ ਤੁਸੀਂ ਮਾਣ ਤੋਂ ਹੀਣੇ ਮਨੁੱਖ ਨੂੰ ਆਦਰ ਦੇਣਾ ਕਰਦੇ ਹੋ। ਊੜ ਮੁਗਧ ਹੋਏ ਚਤਰ ਸੁਗਿਆਨ। ਤੇਰੀ ਕਿਰਪਾ ਨਾਲ ਵਿਹਾਰਾਂ ਵੱਲੋਂ ਮੂਰਖ, ਸ਼ਾਸਤਰ ਗਿਆਨ ਵੱਲੋਂ ਬੇਸਮਝ ਮਨੁੱਖ ਵੀ ਸਿਆਣਾ ਤੇ ਸ੍ਰੇਸ਼ਟ ਗਿਆਨਵਾਨ ਹੋ ਜਾਂਦਾ ਹੈ, ਜਾਂ ਸ੍ਰੇਸ਼ਟ ਗਿਆਨਵਾਨ ਹੋ ਕੇ ਚੌਥੀ ਤੁਰੀ ਅਵਸਥਾ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ। ਸਗਲ ਪਿਆਨ ਕਾ ਭਉ ਨਸੈ। ਇਹ ਪਰਮਾਤਮਾ ਉਸ ਪੁਰਖ ਦੇ ਅੰਦਰੋਂ ਸਾਰੇ ਭੈਦਾਇਕ ਜਾਮਾਂ ਆਦਿਕਾਂ ਦਾ ਡਰ ਨਸ ਜਾਂਦਾ, ਦੌੜ ਜਾਂਦਾ, ਨਾਸ਼ ਹੋ ਜਾਂਦਾ ਹੈ। ਜਨ ਆਪਣੇ ਕੈ ਹਰ ਮਨ ਬਸੈ। ਇਹ ਹਰੀ ਜਿਸ ਆਪਣੇ ਸੇਵਕ ਦੇ ਹਿਰਦੇ ਵਿੱਚ ਤੁਸੀਂ ਵਸ ਜਾਂਦੇ, ਸਾਖਿਆਤਕਾਰ ਹੋ ਜਾਂਦੇ ਹੋ। ਪਾਰ ਬ੍ਰਹਮ ਪ੍ਰਭ ਸੁਖ ਨਿਦਾਨ। ਇਹ ਪੁੰਨਾਂ ਦੇ ਪਾਪਾਂ ਤੋਂ ਪਰੇ ਤੇ ਵਿਆਪਕ ਸਰੂਪ ਪਰਮਾਤਮਾ ਤੁਸੀਂ ਸੁੱਖਾਂ ਦਾ ਖਜ਼ਾਨਾ, ਸੁੱਖਾਂ ਦਾ ਸਮੁੰਦਰ ਹੋ ਜੀ। ਤਤ ਗਿਆਨ ਹਰਿ ਅੰਮ੍ਰਿਤ ਨਾਮ। हे हरि प्रभु तेरे अमृत नाम द्वारा तेरे सिद्धांत स्वरूप ਦਾ ਗਿਆਨ ਪ੍ਰਾਪਤ ਹੁੰਦਾ ਹੈ। ਕਰ ਕਿਰਪਾ ਸੰਤ ਟਹਿਲੈ ਲਾਏ। हे ਪ੍ਰਭੂ ਤੂੰ ਆਪਣੀ ਮਿਹਰ ਕਰਕੇ ਜੋ ਮਨੁੱਖ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਸੇਵਾ ਵਿੱਚ ਲਾਉਣਾ ਕੀਤੇ ਹਨ। ਨਾਨਕ ਸਾਧੂ ਸੰਗ ਸਮਾਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਮਹਾਤਮਾ ਜਨਾਂ ਦੇ ਨਾਲ ਭਾਵ ਉਹਨਾਂ ਦੀ ਸੰਗਤ ਕਰਕੇ ਤੇਰੇ ਸਰੂਪ ਦੇ ਵਿੱਚ ਅਭੇਦ ਹੋ ਗਏ ਹਨ। ਪੈਰੋ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੋਭ ਪਾਵਨ ਫੁਰਮਾਨ ਕਰਦੇ ਨੇ। ਸੰਤ ਮੰਡਲ ਮਹੈ ਹਰ ਮਨ ਵਸੈ। ਸ਼ਾਂਤ ਚਿਤ ਮਹਾਤਮਾ ਜਨਾਂ ਦੇ ਦੀਵਾਨ ਸੰਗਤ ਵਿੱਚ ਰਹਿਣ ਕਰਕੇ ਪਰਮਾਤਮਾ ਹਿਰਦੇ ਅੰਦਰ ਵਸ ਜਾਂਦਾ ਹੈ। ਸੰਤ ਮੰਡਲ ਮਹੈ ਦੁਰਤ ਸਭ ਨਾਸੈ। ਸ਼ਾਂਤ ਚਿਤ ਮਹਾਤਮਾ ਜਨਾਂ ਦੇ ਦੀਵਾਨ ਵਿੱਚ ਨਿਵਾਸ ਕਰਨ ਨਾਲ ਸਾਰੇ ਪਾਪ ਨਾਸ਼ ਹੋ ਜਾਂਦੇ ਹਨ। ਸੰਤ ਮੰਡਲ ਮਹੈ ਨਿਰਮਲ ਰੀਤਾ। ਸ਼ਾਂਤ ਚਿਤ ਮਹਾਤਮਾ ਜਨਾਂ ਦੇ ਦੀਵਾਨ ਵਿੱਚ ਨਿਵਾਸ ਕਰਨ ਨਾਲ ਉਜਲ ਰੀਤੀ, ਉਜਲ ਮਰਿਆਦਾ ਪ੍ਰਾਪਤ ਹੁੰਦੀ ਹੈ। ਸੰਤ ਸੰਗ ਹੋਏ ਏਕ ਪਰੀਤਾ। ਸ਼ਾਂਤ ਚਿਤ ਮਹਾਤਮਾ ਜਨਾਂ ਦੀ ਸੰਗਤ ਕਰਕੇ ਇੱਕ ਅਦੁੱਤੀ ਪ੍ਰਭੂ ਦੇ ਵਿੱਚ ਪ੍ਰੀਤੀ ਪੈਦਾ ਹੋ ਜਾਂਦੀ ਹੈ। ਸੰਤ ਮੰਡਲ ਤਹਾਂ ਕਾ ਨਾਉ। ਸ਼ਾਂਤ
ਚਿਤ ਮਹਾਤਮਾ ਜਨਾਂ ਦਾ ਅਸਥਾਨ ਸਮੂਹ ਉਸ ਥਾਨ ਦਾ ਨਾਮ ਹੈ। ਪਾਰ ਬ੍ਰਹਮ ਕੇਵਲ ਗੁਣ ਗਾਓ। ਜਿੱਥੇ ਕੇਵਲ ਸਿਰਫ ਪਰਮਾਤਮਾ ਦੇ ਗੁਣ ਹੀ ਗਾਇਨ ਹੁੰਦੇ ਹੋਣ, ਜਿੱਥੇ ਰਾਜਨੀਤੀ ਦੀਆਂ ਗੱਲਾਂ ਹੁੰਦੀਆਂ, ਜਿੰਦਾਬਾਦ ਮੁਰਦਾਬਾਦ, ਚੰਗਾ ਮਾੜਾ ਕਿਹਾ ਜਾਂਦਾ, ਉਹ ਸਾਧ ਸੰਗਤ ਨਹੀਂ ਆਖੀ ਜਾ ਸਕਦੀ। ਗੁਰੂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਨਿਰੋਲ ਗੁਰਬਾਣੀ ਦਾ ਕੀਰਤਨ ਜਾਂ ਗੁਰਬਾਣੀ ਦੀ ਕਥਾ ਜਾਂ ਇਤਿਹਾਸ ਦੀ ਕਥਾ ਹੀ ਕੀਤੀ ਜਾਂਦੀ ਹੈ। ਹੋਰ ਕੋਈ ਪ੍ਰਚਾਰ ਨੀਤੀਵਾਨ ਗੱਲਾਂ ਕਰਨੀਆਂ ਤੇ ਸਖਤ ਮਨਾ ਹਨ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸੰਤ ਮੰਡਲ ਮਹਿ ਜਨਮ ਮਰਨ ਰਹਿ। ਸ਼ਾਂਤ ਚਿਤ ਮਹਾਤਮਾ ਜਨਾਂ ਦੇ ਦੀਵਾਨ ਵਿੱਚ ਸੰਗਤ ਵਿੱਚ ਨਿਵਾਸ ਕਰਨ ਨਾਲ ਜੰਮਣ ਮਰਨ ਰਹਿ ਜਾਂਦਾ, ਭਾਵ ਨਿਵਰਤ ਹੋ ਜਾਂਦਾ ਹੈ। ਸੰਤ ਮੰਡਲ ਮਹਿ ਜਮ ਕਿਛੂ ਨਾ ਕਹੈ। ਸ਼ਾਂਤ ਚਿਤ ਮਹਾਤਮਾ ਜਨਾਂ ਦੇ ਦੀਵਾਨ ਵਿੱਚ ਨਿਵਾਸ ਕਰਨ ਨਾਲ ਯਮ ਦੂਤ ਵੀ ਕੁਝ ਨਹੀਂ ਕਹਿੰਦਾ। ਸੰਤ ਸੰਗ ਹੋਏ ਨਿਰਮਲ ਬਾਣੀ। ਸ਼ਾਂਤ ਚਿਤ ਮਹਾਤਮਾ ਜਨਾਂ ਦੀ ਸੰਗਤ ਕਰਕੇ ਬਾਣੀ ਵੀ ਉਜਲ ਹੋ ਜਾਂਦੀ ਹੈ। ਸੰਤ ਮੰਡਲ ਮਹਿ ਨਾਮ ਵਖਾਣੀ। ਸ਼ਾਂਤ ਚਿਤ ਮਹਾਤਮਾ ਜਨਾਂ ਦੇ ਦੀਵਾਨ ਸੰਗਤ ਵਿੱਚ ਪਰਮਾਤਮਾ ਦਾ ਨਾਮ ਕਥਨ ਕਰੀਦਾ ਹੈ। ਸੰਤ ਮੰਡਲ ਕਾ ਨਿਹਚਲ ਆਸਣਾ। ਸ਼ਾਂਤ ਚਿਤ ਮਹਾਤਮਾ ਜਨਾਂ ਦੇ ਦੀਵਾਨ ਸੰਗਤ ਦਾ ਅਚਲ ਆਸਨ ਹੈ, ਭਾਵ ਸੰਤ ਜਨਾਂ ਦੀ ਅਧਿਸ਼ਟਾਨ ਸਰੂਪ ਦੇ ਵਿੱਚ ਸਥਿਤੀ ਹੈ। ਸੰਤ ਮੰਡਲ ਮਹਿ ਪਾਪ ਬਿਨਾਸਨਾ। ਸ਼ਾਂਤ ਚਿਤ ਮਹਾਤਮਾ ਜਨਾਂ ਦੇ ਦੀਵਾਨ ਸੰਗਤ ਵਿੱਚ ਨਿਵਾਸ ਕਰਨ ਨਾਲ ਸਾਰੇ ਪਾਪ ਨਾਸ਼ ਹੋ ਜਾਂਦੇ ਹਨ। ਸੰਤ ਮੰਡਲ ਮਹਿ ਨਿਰਮਲ ਕਥਾ। ਸ਼ਾਂਤ ਚਿਤ ਮਹਾਤਮਾ ਜਨਾਂ ਦੇ ਦੀਵਾਨ ਸੰਗਤ ਵਿੱਚ ਸਰੂਪ ਲਖਣਾ ਵਾਲੀ ਉਜਲ ਕਥਾ ਹੁੰਦੀ ਹੈ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਕਥਾ ਕਰਨ ਵਾਲਿਆਂ ਨੂੰ ਗੁਰੂ ਜੀ ਨੇ ਸੰਤ ਅੱਖਰ ਨਾਲ ਸੰਬੋਧਨ ਕੀਤਾ ਹੈ। ਮਤਲਬ ਜਿਨ੍ਹਾਂ ਸੰਤ ਬਣਨਾ ਹੈ ਉਹ ਜੇ ਕਥਾ ਕਰੇਗਾ ਤੇ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਜਾਵੇਗੀ। ਇਸ ਲਈ ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੀਰੀ ਕਿਤ ਦੁਆਰੇ ਪਾਈਏ। ਗੁਰੂ ਜੀ ਦਾ ਬੋਲਾ ਹੀ ਆਵੋ ਸੰਤੋ ਐਸਾ ਹੈ। ਸੋ ਜਿਵੇਂ ਵਪਾਰ ਕਰਨ ਵਾਲੇ ਨੂੰ ਵਪਾਰੀ, ਲੋਹੇ ਵਾਲੇ ਨੂੰ ਲੋਹਾਰ, ਆਪੋ ਆਪਣੇ ਕਰਮਾਂ ਦੇ ਮੁਤਾਬਕ ਉਹਨਾਂ ਦਾ ਨਾਮ ਹੈ। ਇਉਂ ਗੁਰੂ ਘਰ ਦੇ ਵਿੱਚ ਜਿਹੜੇ ਆਉਣ ਵਾਲੇ ਨੇ, ਮਹਾਰਾਜ ਨੇ ਉਹਨਾਂ ਨੂੰ ਸੰਤ ਅੱਖਰ ਨਾਲ ਸਤਿਕਾਰ ਦਿੱਤਾ ਹੈ, ਸੰਬੋਧਨ ਕੀਤਾ ਹੈ, ਜਿਨ੍ਹਾਂ ਦੀ ਆਤਮਾ ਕਥਾ ਕੀਰਤਨ ਦੁਆਰਾ ਸ਼ਾਂਤ ਹੋ ਚੁੱਕੀ ਹੈ। ਸੰਤ ਸੰਗ ਹਉਮੈ ਦੁਖ ਨਸਾਇ। ਐਸੇ ਸੰਤਾਂ ਮਹਾਤਮਾ ਦੀ ਸੰਗਤ 'ਚ ਜੋ ਵਾਹਿਗੁਰੂ ਜੀ ਦੀ ਕਥਾ, ਗੁਰਬਾਣੀ ਦੀ ਕਥਾ ਸੁਣੋ। ਸੰਤਾਂ ਜਨਾਂ ਦੀ ਸੰਗਤ ਕਰਕੇ ਕਥਾ ਸੁਣਨ ਦੇ ਨਾਲ ਹੰਗਤਾ ਮਮਤਾ ਦਾ ਦੁੱਖ ਨਾਸ਼ ਹੋ ਜਾਂਦਾ ਹੈ। ਸੰਤ ਮੰਡਲ ਕਾ ਨਹੀਂ ਬਿਨਾਸ਼। ਸ਼ਾਂਤ ਚਿਤ ਮਹਾਤਮਾ ਜਨਾਂ ਦੇ ਦੀਵਾਨ ਸੰਗਤ ਦਾ ਕਦੀ ਵੀ ਨਾਸ਼ ਨਹੀਂ ਹੁੰਦਾ। ਸੰਤ ਮੰਡਲ ਮਹਿ ਹਰ ਗੁਣ ਤਾਸ। ਸ਼ਾਂਤ ਚਿਤ ਮਹਾਤਮਾ ਜਨਾਂ ਦੇ ਦੀਵਾਨ ਸੰਗਤ ਵਿੱਚ ਗੁਣਾਂ ਦਾ ਖਜ਼ਾਨਾ ਪਰਮਾਤਮਾ ਆਪ ਵਸਦਾ ਹੈ, ਜਾਂ ਸੰਤਾਂ ਦੀ ਸੰਗਤ ਦੁਆਰਾ ਗੁਣਾਂ ਦਾ ਖਜ਼ਾਨਾ ਪ੍ਰਭੂ ਪ੍ਰਾਪਤ ਹੁੰਦਾ ਹੈ। ਸੰਤ ਮੰਡਲ ਠਾਕੁਰ ਵਿਸਰਾਮ। ਸ਼ਾਂਤ ਚਿਤ ਮਹਾਤਮਾ ਜਨਾਂ ਦੇ ਦੀਵਾਨ ਸੰਗਤ ਵਿੱਚ ਪਰਮਾਤਮਾ ਦੀ ਸਥਿਤੀ ਹੈ। ਨਾਨਕ ਓਤ ਪੂਰ
ਹੋਤ ਭਗਵਾਨ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਸੰਤ ਜਨ ਤਾਣੇ ਬੇਟੇ ਵਾਂਗ ਪਰਮਾਤਮਾ ਦੇ ਨਾਲ ਮਿਲੇ ਹੋਏ ਹਨ ਅਤੇ ਭਗਵਾਨ ਸੰਤ ਜਨਾਂ ਵਿੱਚ ਤਾਣੇ ਬੇਟੇ ਵਾਂਗ ਆਪ ਮਿਲਿਆ ਹੋਇਆ ਹੈ। ਭੈਰਵ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੁਭ ਪਾਵਨ ਫੁਰਮਾਨ ਕਰਦੇ ਨੇ। ਰੋਗ ਕਵਨ ਜਾ ਰੱਖੈ ਆਪ। ਇਹ ਭਾਈ ਜਦੋਂ ਪਰਮਾਤਮਾ ਆਪ ਹੀ ਕਿਸੇ ਦੀ ਰੱਖਿਆ ਕਰਦਾ ਹੈ ਤਾਂ ਫਿਰ ਉਸ ਨੂੰ ਪ੍ਰਤੱਖ ਰੋਗ ਜਾਂ ਹੰਕਾਰ ਆਦਿਕ ਰੋਗ ਜਾਂ ਅਗਿਆਨ ਆਦਿਕ ਰੋਗ ਭਲਾ ਕੀ ਕਰ ਸਕਦੇ ਨੇ। ਮਤਲਬ ਸਾਰੇ ਰੋਗ ਹੀ ਮਿਟ ਜਾਂਦੇ ਨੇ ਤੇ ਸਭ ਰੋਗ ਮਿਟਾਵੇ ਨਵਾਂ ਨਰੋਆ ਨਾਨਕ ਰੱਖਾ ਆਪੇ ਹੋਆ। ਸਾਰੇ ਰੋਗ ਸੋਗ ਮਹਾਰਾਜ ਨੇ ਮਿਟ ਕੇ ਆਪ ਰਕਸ਼ਾ ਕੀਤੀ ਹੈ। ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭਾਤ ਦੀ ਰਾਖਿਆ। ਹਰ ਗੋਬਿੰਦ ਨਵਾਂ ਨਰੋਆ ਹਰ ਕਾ ਨਾਮ ਧਿਆਈ ਕੈ ਹੋ ਹਰਿਆ ਪਾਈ। ਕਰਮ ਲਖਨ ਦੇ ਪਾਈਆ ਇਹ ਰੁੱਤ ਸੁਹਾਈ। ਵਣ ਦਿਨ ਤ੍ਰਿ ਭਵਨ ਮੋਲਿਆ ਅੰਮ੍ਰਿਤ ਫਲ ਪਾਈ। ਮਿਲ ਸਾਧੂ ਸੁਖ ਉਪਜੈ ਲੱਤੀ ਸਭ ਛਾਈ। ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ। ਤੈਸ ਜਾਨਾ ਹੋਏ ਨਾ ਦੁਖ ਸੰਤਾਪ। ਇਸ ਪੁਰਖ ਨੂੰ ਕੋਈ ਵੀ ਜੰਮਣ ਮਨ ਰੂਪੀ ਦੁੱਖ ਕਸ਼ਟ ਅਤੇ ਆਦਿ ਵਿਆਧੀ ਤੇ ਉਪਾਧੀ ਰੋਗ ਭਲੀ ਪ੍ਰਕਾਰ ਤਾਪ ਨਹੀਂ ਕੋਈ ਹੁੰਦਾ ਜਾਂ ਕੋਈ ਵੀ ਦੁੱਖ ਸਤਾਉਂਦਾ ਨਹੀਂ ਹੈ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੱਚੀ ਬਾਣੀ ਨੂੰ ਸਰਵਣ ਕਰਨ ਦੇ ਨਾਲ ਦੁੱਖ ਰੋਗ ਅਤੇ ਸੰਤਾਪ ਉਤਰ ਜਾਂਦੇ ਹਨ। ਜਿਸ ਉਪਰ ਪ੍ਰਭ ਕਿਰਪਾ ਕਰੈ। ਜਿਸ ਪੁਰਖ ਦੇ ਉੱਪਰ ਪਰਮਾਤਮਾ ਆਪਣੀ ਮਿਹਰ ਕਰਦਾ ਹੈ ਤਿਸ ਉਪਰ ਤੇ ਕਾਲ ਪਰ ਹਰੈ। ਜਿਸ ਪੁਰਖ ਤੋਂ ਉਹਦੇ ਸਿਰ ਤੋਂ ਯਮ ਕਾਲ ਵਾਹਿਗੁਰੂ ਦੂਰ ਕਰ ਦਿੰਦਾ ਹੈ। ਸਦਾ ਸਖਾਈ ਹਰ ਹਰ ਨਾਮ। ਇਹ ਭਾਈ ਹਰੇ ਭਰੇ ਕਰਨ ਵਾਲੇ ਹਰੀ ਪ੍ਰਮਾਤਮਾ ਦਾ ਨਾਮ ਲੋਕ ਪਰਲੋਕ ਵਿੱਚ ਹਮੇਸ਼ਾ ਹੀ ਸਹਾਇਤਾ ਕਰਨ ਵਾਲਾ ਹੈ ਜਾਂ ਮਿੱਤਰਤਾ ਕਰਨ ਵਾਲਾ ਹੈ। ਜਿਸ ਚੀਤੇ ਆਵੈ ਤਿਸ ਸਦਾ ਸੁਖ ਹੋਵੈ। ਜਿਸ ਪੁਰਖ ਨੂੰ ਉਹ ਨਾਮ ਚੇਤੇ ਆਉਂਦਾ ਹੈ ਤਿਸ ਨੂੰ ਹਮੇਸ਼ਾ ਰਹਿਣ ਵਾਲਾ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ ਅਤੇ ਨਿਗਟ ਨ ਆਵੈ ਤਾ ਕੈ ਜਾਮ। ਇਸ ਦੇ ਨੇੜੇ ਜਮ ਵੀ ਨਹੀਂ ਆਉਂਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜਾਬੇ ਹੋ ਨਾ ਸੋ ਤਬ ਕਿਨਹਿ ਉਪਾਇਆ। ਇਹ ਭਾਈ ਜਦੋਂ ਇਹ ਜੀਵ ਕੁਝ ਵੀ ਨਹੀਂ ਸੀ ਤਦੋਂ ਮਾਤਾ ਦੇ ਗਰਭ ਦੇ ਵਿੱਚ ਆਪਣੀ ਚੇਤਨਾ ਪਾ ਕੇ ਕਿਸ ਨੇ ਪੈਦਾ ਕੀਤਾ? ਭਾ ਪਰਮਾਤਮਾ ਨੇ ਹੀ ਤਾਂ ਪੈਦਾ ਕੀਤਾ ਹੈ। ਕਵਨ ਮੂਲ ਤੇ ਕਿਆ ਪ੍ਰਗਟਾਇਆ। ਫਿਰ ਕਿਹੜੇ ਮੁੱਢ ਤੋਂ ਕੀ ਪੈਦਾ ਕਰ ਦਿੱਤਾ ਹੈ? ਭਾ ਮਾਤਾ ਦੀ ਰਕਤ ਤੇ ਪਿਤਾ ਦੀ ਬਿੰਦਰੂ ਮੋਲ ਤੋਂ ਕੈਸਾ ਸੋਹਣਾ ਸਰੀਰ ਪੈਦਾ ਕੀਤਾ ਹੈ। ਆਪੈ ਮਾਰ ਆਪ ਜੀਵਾਲਾ। ਉਹ ਸਮਰੱਥ ਪਰਮਾਤਮਾ ਆਪ ਹੀ ਪ੍ਰਲਬਧ ਪੂਰੀ ਹੋਈ ਤੋਂ ਮਾਰਨਾ ਕਰਦਾ ਹੈ ਅਤੇ ਆਪ ਹੀ ਆਪਣੀ ਸੱਤਾ ਪਾ ਕੇ ਜੀਵਾਲਣ ਵਾਲਾ ਹੈ। ਸਤਿਗੁਰ ਮੇਰਾ ਮਾਰ ਜੀਵਾਲੈ, ਸਤਿਗੁਰ ਮੇਰਾ ਸਰਬ ਪ੍ਰਤਪਾਲੈ। ਗੁਰ ਜੈਸਾ ਨਾਹੀ ਕੋ ਦੇਵ, ਤੇ ਜਿਸ ਮਸਤਕ ਭਾਗ ਸੋ ਲਾਗਾ ਸੇ। ਸਤਿਗੁਰੂ ਵਾਹਿਗੁਰੂ ਦਾ ਹੀ ਰੂਪ ਨੇ। ਗੁਰੂ ਸਰੂਪ ਦੇ ਵਿੱਚ ਜੀਵਤ ਭਾਵ ਵੱਲੋਂ ਮਾਰ ਕੇ ਆਪਣੇ ਸਰੂਪ ਵੱਲ ਜੀਵਲਣਾ ਕਰਦਾ ਹੈ। ਆਪਣੇ ਭਗਤ ਕਉ ਸਦਾ ਪ੍ਰਤਪਾਲਾ। ਆਪ ਦੇ
ਭਗਤਾਂ ਸੇਵਕਾਂ ਨੂੰ ਹਮੇਸ਼ਾ ਹੀ ਪਾਲਣਾ ਕਰਦਾ ਹੈ। ਸਭ ਕਿਛ ਜਾਣਹੁ ਤਿਸ ਕੈ ਹਾਥ। ਇਹ ਭਾਈ ਇਸ ਲਈ ਇਹ ਜਾਣਨਾ ਕਰੋ ਕਿ ਸਭ ਕੁਝ ਤਿਸ ਪ੍ਰਭੂ ਦੇ ਹੱਥਾਂ ਵਿੱਚ ਹੀ ਹੈ, ਭਾਵ ਉਸ ਦੇ ਅਧੀਨ ਹੈ। ਪ੍ਰਭ ਮੇਰੋ ਅਨਾਥ ਕੋ ਨਾਥ। ਮੇਰਾ ਪਰਮਾਤਮਾ ਯਤੀਮਾਂ ਦਾ ਮਾਲਕ ਹੈ, ਭਾਵ ਜਿਨ੍ਹਾਂ ਨੂੰ ਸੰਸਾਰ 'ਚ ਕੋਈ ਕੁਝ ਪੁੱਛਦਾ ਵੀ ਨਹੀਂ ਹੈ, ਉਹ ਪ੍ਰਭੂ ਉਹਨਾਂ ਦਾ ਵੀ ਰੱਖਿਅਕ ਹੈ। ਦੁਖ ਭੰਜਨ ਤਾਕਾ ਹੈ ਨਾਉ। ਇਹ ਭਾਈ ਤਿਸ ਪਰਮਾਤਮਾ ਦਾ ਨਾਮ ਜੰਮਣ ਮਰਨ ਆਦਿਕ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਸੁਖ ਪਾਵਾ ਹੈ ਤਿਸ ਕੇ ਗੁਣ ਗਾਓ। ਜੋ ਵੀ ਮਨੁੱਖ ਤਿਸ ਪਰਮਾਤਮਾ ਦੇ ਗੁਣ ਗਾਉਣਾ ਕਰਦਾ ਹੈ, ਉਹ ਆਤਮਿਕ ਸੁਖ ਪਾਉਣਾ ਕਰਦਾ ਹੈ। ਸੁਣ ਸੁਆਮੀ ਸੰਤਨ ਅਰਦਾਸ। ਇਹ ਮਾਲਕ ਪਰਮਾਤਮਾ ਤੂੰ ਆਪਣੇ ਸੰਤ ਜਨਾਂ ਦੀ ਅਰਦਾਸ ਬੇਨਤੀ ਸੁਣਦਾ ਹੈ। ਜੀਉ ਪ੍ਰਾਨ ਧਨ ਤੁਮਰੈ ਪਾਸ। ਉਹਨਾਂ ਸੰਤ ਜਨਾਂ ਦਾ ਜੀਵਨ ਪ੍ਰਾਣ ਸਵਾਸ ਧਨ ਦੌਲਤ ਆਦਿਕ ਸਭ ਕੁਝ ਤੇਰੇ ਹੀ ਕੋਲ ਹੈ, ਭਾਵ ਉਹਨਾਂ ਨੇ ਸਭ ਕੁਝ ਤੈਨੂੰ ਹੀ ਅਰਪਣ ਕੀਤਾ ਹੋਇਆ ਹੈ। ਇਹੋ ਜਗ ਤੇਰਾ ਸਭ ਤੁਝ ਹੈ ਧਿਆਏ। हे ਪ੍ਰਮਾਤਮਾ, ਇਹ ਸਾਰਾ ਸੰਸਾਰ ਤੇਰਾ ਹੀ ਪੈਦਾ ਕੀਤਾ ਹੋਇਆ ਹੈ ਤੇ ਸਾਰੇ ਜੀਵ ਤੈਨੂੰ ਹੀ ਧਿਆਉਂਦੇ ਸਿਮਰਦੇ ਹਨ। ਕਰ ਕਿਰਪਾ ਨਾਨਕ ਸੁਖ ਪਾਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ हे ਪ੍ਰਭੂ, ਤੂੰ ਜਿਸ ਉੱਪਰ ਵੀ ਆਪਣੀ ਕਿਰਪਾ ਮਿਹਰ ਕਰਦਾ ਹੈ, ਉਹੀ ਤੇਰੇ ਸੁਖ ਸਰੂਪ ਨੂੰ ਪਾਉਂਦਾ ਹੈ। ਜਾਂ हे ਪ੍ਰਭੂ, ਤੂੰ ਆਪਣੀ ਕਿਰਪਾ ਕਰ ਜਿਸ ਕਰਕੇ ਅਸੀਂ ਵੀ ਆਤਮਿਕ ਸੁਖ ਪਾਉਣਾ ਕਰੀਏ। ਪੈਰੋ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੁਭ ਪਾਵਨ ਫਰਮਾਨ ਕਰਦੇ ਨੇ। ਤੇਰੀ ਟੇਕ ਰਹਾ ਗਲ ਮਾਹੇ। हे ਪ੍ਰਮਾਤਮਾ, ਤੇਰੀ ਓਟ ਕਰਕੇ ਹੀ ਮੈਂ ਇਸ ਕਲਯੁਗ ਦੇ ਵਿੱਚ ਰਹਿਣਾ ਕਰਦਾ ਹਾਂ, ਨਹੀਂ ਤੇ ਰਹਿਣ ਦਾ ਕੋਈ ਹੱਜ ਨਹੀਂ ਹੈ। ਤੇਰੀ ਟੇਕਾ ਤੇਰੇ ਗੁਣ ਗਾਹੇ। ਤੇਰੀ ਓਟ ਨੂੰ ਗ੍ਰਹਿਣ ਕਰਕੇ ਤੇਰੇ ਗੁਣਾਂ ਨੂੰ ਗਾਉਣਾ ਕਰਦਾ ਹਾਂ, ਜਾਂ ਤੇਰੇ ਜਸ ਨੂੰ ਗਾ ਕੇ ਵਿਸ਼ਿਆਂ ਨੂੰ ਦਬਾ ਲਿਆ ਹੈ। ਤੇਰੀ ਟੇਕਾ ਨਾ ਪੋਹੈ ਕਾਲ। हे ਪ੍ਰਭੂ, ਤੇਰੀ ਓਟ ਲੈਣ ਕਰਕੇ ਯਮ ਵੀ ਨਹੀਂ ਪਹੁੰਚਦਾ। ਤੇਰੀ ਟੇਕਾ ਬਿਨ ਸਹਿ ਜੰਜਾਲ। ਤੇਰੀ ਓਟ ਲੈਣ ਕਰਕੇ ਸਾਰੇ ਬੰਧਨ ਨਾਸ਼ ਹੋ ਜਾਂਦੇ ਹਨ। ਦੀਨ ਦੁਨੀਆ ਤੇਰੀ ਟੇਕਾ। हे ਪ੍ਰਮਾਤਮਾ, ਪਰਲੋਕ ਅਤੇ ਦੁਨੀਆ ਸੰਸਾਰ ਵਿੱਚ ਮੈਨੂੰ ਤੇਰੀ ਹੀ ਟੇਕ ਓਟ ਹੈ। ਸੋ ਕਿਸੇ ਹੀ ਕੋਈ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਲਕ ਚਿਤ ਨਾ ਆਵਹਿ। ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਆਸਰਾ, ਪਰ ਮੈਨੂੰ ਤਾਂ ਵਿਚਾਰੀ ਨੂੰ ਤੇਰਾ ਹੀ ਆਸਰਾ ਹੈ। ਰੋ ਕੇ ਮਾਰੀ ਜਾਣਾ ਕਿਉਂ ਨਾ ਕਰੀਏ ਜੇ ਮਹਾਰਾਜ ਨਹੀਂ ਮਿਲਦਾ। ਸਭ ਮਹਿ ਰਵਿਆ ਸਾਹਿਬ ਏਕਾ। ਇਹ ਮਾਲਕ ਪਰਮਾਤਮਾ, ਇੱਕ ਤੂੰ ਹੀ ਸਾਰਿਆਂ ਦੇ ਵਿੱਚ ਵਿਆਪਕ ਹੋ ਰਿਹਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਤੇਰੀ ਟੇਕਾ ਕਰੋ ਆਨੰਦ। ਇਹ ਪਰਮਾਤਮਾ, ਤੇਰੀ ਓਟ ਕਰਕੇ ਮੈਂ ਸਾਰੇ ਆਨੰਦ ਮਾਨਣਾ ਕਰਦਾ ਹਾਂ। ਤੇਰੀ ਟੇਕਾ ਜਪੋ ਗੁਰਮੰਤਾ। ਤੇਰੀ ਓਟ ਲੈ ਕਰਕੇ ਮੈਂ ਗੁਰਾਂ ਦਾ ਉਪਦੇਸ਼ ਜਪਦਾ ਹਾਂ। ਤੇਰੀ ਟੇਕਾ
ਤਰੀਐ ਪਉ ਸਾਗਰ। हे परमात्मा तेरी ओट लैन करके पैदायक संसार समुंदर तर जाईदा है। ਰਾਖਣ ਹਾਰ ਪੂਰਾ ਸੁਖ ਸਾਗਰ। हे प्रभु तू ही लोक परलोक ਦੇ ਵਿੱਚ ਰੱਖਿਆ ਕਰਨ ਵਾਲਾ ਹੈ। ਸਭ ਥਾਈਂ ਪੂਰਨ ਅਤੇ ਸੁੱਖਾਂ ਦਾ ਸਮੁੰਦਰ ਹੈ। ਤੇਰੀ ਟੇਕਾ ਨਾਹੀ ਪਉ ਕੋਏ। हे परमात्मा तेरी ओट ਲੈਣ ਕਰਕੇ ਕੋਈ ਵੀ ਡਰ ਡੁੱਕਰ ਆਦਿਕ ਨਹੀਂ ਲੱਗਦਾ। ਅੰਤਰ ਜਾਮੀ ਸਾਚਾ ਸੋਏ। हे प्रभु ਤੂੰ ਅੰਦਰ ਦੀ ਜਾਣਨ ਵਾਲਾ ਸੱਚ ਸਰੂਪ ਅਤੇ ਸ਼ੋਭਾ ਦਾ ਮਾਲਕ ਹੈ। ਤਤਪਦ ਦਾ ਲੱਖ ਅਰਥ ਰੂਪ ਹੈ। ਤੇਰੀ ਟੇਕਾ ਤੇਰਾ ਮਨ ਤਾਣ। हे परमात्मा ਮੇਰੇ ਸਰੀਰ ਅੰਦਰ ਤੇਰੀ ਹੀ ਓਟ ਹੈ ਅਤੇ ਹਿਰਦੇ ਵਿੱਚ ਵੀ ਤੇਰਾ ਹੀ ਬਲ ਹੈ। ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੈ ਮੇਰਾ ਪਰਿਵਾਰ। ਈਹਾ ਊਹਾ ਤੂੰ ਦੀਵਾਨ। हे परमात्मा ਇਸ ਲੋਕ ਤੇ ਊਹਾਂ ਪਰਲੋਕ ਵਿੱਚ ਤੂੰ ਹੀ ਮੇਰਾ ਆਸਰਾ ਰੂਪ ਹੈ। ਤੇਰੀ ਟੇਕਾ ਤੇਰਾ ਪਰਵਾਸਾ। हे ਪ੍ਰਭੂ ਮੈਨੂੰ ਇਸ ਲੋਕ ਵਿੱਚ ਤੇਰੀ ਹੀ ਓਟ ਹੈ ਅਤੇ ਪਰਲੋਕ ਵਿੱਚ ਤੇਰਾ ਹੀ ਭਰੋਸਾ ਹੈ। ਸਗਲ ਤੇ ਆਵਹਿ ਪ੍ਰਭ ਗੁਣ ਤਾਸਾ। ਇਹ ਗੁਣਾਂ ਦੇ ਖਜ਼ਾਨੇ ਪਰਮਾਤਮਾ ਤੈਨੂੰ ਸਾਰੇ ਹੀ ਜੀਵ ਜੰਤ ਧਿਆਉਂਦੇ ਹਨ। ਜਪ ਜਪ ਆਨੰਦ ਕਰਹਿ ਤੇਰੇ ਦਾਸਾ। हे ਪ੍ਰਭੂ ਤੇਰੇ ਸੇਵਕ ਤੇਰੇ ਨਾਮ ਨੂੰ ਸਿਮਰ ਸਿਮਰ ਕੇ ਆਨੰਦ ਮਨਨਾ ਕਰਦੇ ਹਨ ਜਾਂ ਤੇਰੇ ਆਨੰਦ ਸਰੂਪ ਨੂੰ ਪ੍ਰਗਟ ਕਰ ਲੈਂਦੇ ਹਨ। ਸਿਮਰ ਨਾਨਕ ਸਾਚੇ ਗੁਣ ਤਾਸਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਸੱਚੇ ਗੁਣਾਂ ਦੇ ਖਜ਼ਾਨੇ ਪ੍ਰਭੂ ਮੈਂ ਤੈਨੂੰ ਹੀ ਸਿਮਰਨਾ ਕਰਦਾ ਹਾਂ। ਭੈਰੋ ਮਹੱਲਾ ਪੰਜਵਾ। ਭੈਰੂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ। ਪ੍ਰਥਮੇ ਛੋਟੀ ਪ੍ਰਾਈ ਨਿੰਦਾ। ਔਗਣ ਮੇਟਰ ਦਾ ਤਰੀਕਾ ਦੱਸਦੇ ਨੇ ਕਿ ਅਸਲ ਵੈਸ਼ਨਮ ਦੇ ਲੱਖਣ ਕੀ ਨੇ। ਜਿਸ ਨੇ ਪਹਿਲਾਂ ਬਗਾਨੀ ਅਪਕੀਰਤੀ ਕਰਨੀ ਨਿੰਦਿਆ ਕਰਨੀ ਛੱਡ ਦਿੱਤੀ ਹੈ। ਉਤਰ ਗਈ ਸਭ ਮਨ ਕੀ ਚਿੰਤਾ। ਜਿਸ ਦੇ ਮਨ ਦੀ ਸਾਰੀ ਚਿੰਤਾ ਵੀ ਲਹਿ ਗਈ ਹੈ। ਲੋਭ ਮੋਹ ਸਭ ਕੀਨੋ ਦੂਰਾ। ਜਿਸ ਨੇ ਪਦਾਰਥਾਂ ਦੇ ਜੋੜਨ ਦਾ ਲਾਲਚ ਅਤੇ ਸਰੀਰਾਂ ਦੇ ਸਨੇਹ ਆਦਿਕ ਸਾਰੇ ਵਿਕਾਰਾਂ ਨੂੰ ਦੂਰ ਕੀਤਾ ਹੈ। ਪਰਮ ਬੈਸਨੋ ਪ੍ਰਭ ਪੇਖ ਹਜੂਰਾ। ਫਿਰ ਜੋ ਪ੍ਰਮਾਤਮਾ ਨੂੰ ਸਦਾ ਆਪਣੇ ਨੇੜੇ ਦੇਖਦਾ ਹੈ ਉਹ ਵੱਡਾ ਵੈਸ਼ਨਵ ਹੈ। ਐਸੋ ਤਿਆਗੀ ਵਿਰਲਾ ਕੋਏ। ਅਜਿਹਾ ਕੋਈ ਟਾਮਾ ਟਾਮਾ ਹੀ ਤਿਆਗ ਕਰਨ ਵਾਲਾ ਪੁਰਖ ਹੈ। ਹਰ ਹਰ ਨਾਮ ਜਪੈ ਜਨ ਸੋਏ। ਜਿਸ ਨੇ ਨਿੰਦਾ ਚਿੰਦਾ ਮੋਹ ਆਦਿਕ ਔਗਣਾਂ ਨੂੰ ਤਿਆਗਣਾ ਕੀਤਾ ਹੈ। ਨਹੀਂ ਤਾਂ ਨਿੰਦ ਚਿੰਦ ਕੋ ਬਹੁਤ ਹਮਾਏ ਹੋ। ਸਾਡਾ ਮਨ ਬੜੇ ਉਤਸ਼ਾਹ ਨਾਲ ਕਿਸੇ ਦੀ ਉਸਤਤੀ ਕਰੀ ਜਾਂਦਾ ਕਿਸੇ ਦੀ ਨਿੰਦਿਆ ਕਰੀ ਜਾਂਦਾ। ਜਗ ਮੈਂ ਤੁਮ ਕਾਢੀ ਹੈ ਵਿਰਲੇ ਕੇ ਕੋਈ ਵਿਰਲੇ ਮਹਾਂਪੁਰਖ ਉਹ ਪੁਰਖ ਹਰੇ ਭਰੇ ਕਰਨ ਵਾਲੇ ਪਰਮਾਤਮਾ ਦਾ ਨਾਮ ਜਪਦੇ ਨੇ ਔਗਣਾਂ ਨੂੰ ਛੱਡ ਦਿੰਦੇ ਨੇ। ਐਵੇਂ ਅਨਹੋਈ ਵਾਧੂ ਦੀ ਜ਼ਬਾਨ ਕਸਾਈ ਦਾ ਤਿਆਗ ਕਰਕੇ ਤੇ ਮਹਾਰਾਜ ਦਾ ਨਾਮ ਜਪਦੇ ਨੇ। ਹਰ ਹਰ ਨਾਮ ਜਪੈ ਜਨ ਸੋਏ। ਨਿੰਦਿਆ ਤਾਂ ਜਦ ਕੋ ਮਰਜ਼ੀ ਕਰਾ ਲਓ ਸਾਰਿਆਂ ਨੂੰ ਜਾਚ ਆ। ਗੱਲ ਤਾਂ ਭਾਣਾ ਮੰਨਣਾ ਔਖਾ ਹੈ। ਜਿਹਨੇ ਭਾਣਾ ਮੰਨਿਆ ਹੈ ਤੇ ਮਹਾਰਾਜ ਦਾ ਨਾਮ ਜਪਿਆ ਉਹ ਕੋਈ ਵਿਰਲਾ ਹੀ ਮਹਾਂਪੁਰਖ ਹੈ। ਰਹਾਓ
ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਅਹੰ ਬੁੱਧ ਕਾ ਛੋੜਿਆ ਸੰਗ, ਜਿਸ ਨੇ ਹੰਕਾਰ ਵਾਲੀ ਬੁੱਧੀ ਦਾ ਸਾਥ ਛੱਡ ਦਿੱਤਾ ਹੈ। ਕਾਮ ਕ੍ਰੋਧ ਕਾ ਉਤਰਿਆ ਰੰਗ, ਉਸ ਦੇ ਅੰਦਰੋਂ ਕਾਮ ਕ੍ਰੋਧ ਆਦਿਕ ਵਿਕਾਰਾਂ ਦਾ ਪ੍ਰੇਮ ਉਤਰ ਗਿਆ, ਲਹਿ ਗਿਆ ਹੈ। ਨਾਮ ਤੇ ਆਏ ਹਰ ਹਰ ਹਰੇ, ਜੋ ਹਰੇਕ ਨੂੰ ਆਪਣੀ ਸੱਤਾ ਨਾਲ ਹਰੇ ਭਰੇ ਕਰਨ ਵਾਲੇ ਪਰਮਾਤਮਾ ਦਾ ਨਾਮ ਮਨ ਬਾਣੀ ਸਰੀਰ ਕਰਕੇ ਧਿਆਨ ਦਾ ਸਿਮਰਨ ਕਰਦਾ ਹੈ। ਸਾਧ ਜਨਾਂ ਕੈ ਸੰਗ ਨਿਸਤਾਰੇ, ਉਹ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੇ ਨਾਲ ਮਿਲ ਕੇ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਬੈਰੀ ਮੀਤਾ ਹੋਏ ਸਮਾਨ, ਉਸ ਦੀ ਦ੍ਰਿਸ਼ਟੀ ਵਿੱਚ ਵੈਰ ਕਰਨ ਵਾਲੇ ਤੇ ਮਿੱਤਰਤਾ ਕਰਨ ਵਾਲੇ ਪੁਰਖ ਇੱਕੋ ਜਿਹੇ ਹੀ ਹੋ ਗਏ ਹਨ। ਸਰਬ ਮਹਿ ਪੂਰਨ ਭਗਵਾਨ, ਪਰ ਉਹ ਸਾਰੀਆਂ ਜੀਵਾਂ ਵਿੱਚ ਪਰਮਾਤਮਾ ਨੂੰ ਵਿਆਪਕ ਜਾਣਦਾ ਹੈ। ਪ੍ਰਭ ਕੀ ਆਗਿਆ ਮਾਨ ਸੁਖ ਪਾਇਆ, ਉਸ ਨੇ ਪਰਮਾਤਮਾ ਦੀ ਰਜ਼ਾ ਨੂੰ ਮਨ ਕਰਕੇ ਆਤਮਿਕ ਆਨੰਦ ਪਾਇਆ ਹੈ ਜਾਂ ਸੁਖ ਸਰੂਪ ਨੂੰ ਪਾ ਲਿਆ ਹੈ। ਗੁਰਪੂਰਾ ਹਰ ਨਾਮ ਦ੍ਰਿੜਾਇਆ, ਕਿਉਂਕਿ ਪੂਰਨ ਗੁਰਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਉਸ ਨੂੰ ਹਰੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਦ੍ਰਿੜ ਪਰਪੱਕ ਕਰਵਾਇਆ ਹੈ। ਕਰ ਕਿਰਪਾ ਜਿਸ ਰਾਖੈ ਆਪ, ਪ੍ਰਭੂ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਜਿਸ ਦੀ ਆਪ ਰੱਖਿਆ ਕਰਦਾ ਹੈ। ਸੋਈ ਭਗਤ ਜਪੈ ਨਾਮ ਜਾਪ, ਉਹੀ ਪਰਮਾਤਮਾ ਦਾ ਭਗਤ ਹੈ ਤੇ ਉਹੀ ਪਰਮਾਤਮਾ ਦੇ ਨਾਮ ਦੇ ਜਾਪ ਨੂੰ ਜਪਦਾ ਹੈ। ਦੁਨੀਆ ਵਿੱਚ ਬਾਕੀ ਸਾਰੇ ਕੰਮ ਕਰਨੇ ਸੌਖੇ ਨੇ, ਪਰ ਆਖਣ ਔਖਾ ਸਾਚਾ ਨਾਉ। ਨਾਮ ਜਪਣ ਨੂੰ ਵੱਡਿਆਂ ਰੂਹ ਨਹੀਂ ਕਰਦਾ। ਉਹ ਭਾਵੇਂ ਸਾਰੀ ਦਿਹਾੜੀ ਚੰਡੀਗੜ੍ਹ ਘੁੰਮਦੇ ਫਿਰਦੇ ਰਹੋ, ਕੋਈ ਥਕਾਵਟ ਨਹੀਂ। ਜਦ ਪਾਠ ਕਰਨ ਦਾ ਵੇਲਾ ਆਉਂਦਾ ਹੈ ਤਾਂ ਮਹਾਰਾਜ ਕਹਿੰਦੇ ਸਾਰੋ ਦਿਨਸ ਮਜ਼ਦੂਰੀ ਕਰੈ, ਹਰ ਸਿਮਰਨ ਕੀ ਵੇਲਾ ਬਜਰ ਸਿਰ ਭਰੈ। ਦੁਨੀਆ ਵਿੱਚ ਸਭ ਤੋਂ ਔਖਾ ਕੰਮ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਵਾਹਿਗੁਰੂ ਦਾ ਨਾਮ ਜਪਣਾ ਹੈ, ਫਿਰ ਉਹ ਵੀ ਬਿਨਾਂ ਪੈਸਿਆਂ ਤੋਂ ਨਿਸ਼ਕਾਮਤਾ ਦੇ ਨਾਲ। ਤੋ ਇਸ ਲਈ ਮਹਾਰਾਜ ਕਥਨ ਕਰਦੇ ਨੇ ਕਿ ਜਿਸ ਦੇ ਉੱਪਰ ਵਾਹਿਗੁਰੂ ਦੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਹੁੰਦੀ ਹੈ ਤੇ ਵਿਕਾਰਾਂ ਤੋਂ ਮਹਾਰਾਜ ਉਹਦੀ ਆਪ ਰੱਖਿਆ ਕਰਦਾ ਹੈ, ਉਹੀ ਪ੍ਰਮਾਤਮਾ ਦਾ ਭਗਤ ਬਣ ਕੇ ਨਾਮ ਦੇ ਜਾਪ ਨੂੰ ਜਪਦਾ ਹੈ। ਮਨ ਪਰਗਾਸ ਗੁਰ ਤੇ ਮਤ ਲਾਈ, ਜਿਸ ਮਨੁੱਖ ਨੇ ਗੁਰਾਂ ਤੋਂ ਸਿੱਖਿਆ ਲੈਣਾ ਕੀਤੀ ਹੈ। ਕਹੋ ਨਾਨਕ ਤਾਂ ਕੀ ਪੂਰੀ ਪਾਈ, ਉਸ ਦੇ ਮਨ ਹਿਰਦੇ ਵਿੱਚ ਗਿਆਨ ਦਾ ਚਾਨਣਾ ਹੋਇਆ ਹੈ। ਸਤਿਗੁਰੂ ਜੀ ਕਥਨ ਕਰਦੇ ਕਿ ਤਿਸ ਪੁਰਸ਼ ਦੀ ਕਰਨੀ ਕਮਾਈ ਪੂਰਨ ਪੈ ਗਈ ਹੈ। ਭੈਰੋ ਮਹੱਲਾ ਪੰਜਵਾ। ਗੁਰਸਿੱਖਾਂ ਨੇ ਸਤਿਗੁਰੂ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਸੁਖ ਦੀ ਪ੍ਰਾਪਤੀ ਕਿਵੇਂ ਹੋਵੇ। ਤਦੋਂ ਉੱਤਰ ਵਿੱਚ ਭੈਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਿਆ ਹੈ। ਸੁਖ ਨਾਹੀ ਬਹੁਤਾ ਧਨ ਖਾਟੇ, ਜਦੋਂ ਸਾਡੇ ਕੋਲ ਰੁਪਈਆ ਨਹੀਂ ਸੀ ਹੁੰਦਾ, 10 ਪੈਸੇ ਮਾਂ ਪਿਓ ਦਿੰਦੇ ਹੁੰਦੇ ਸੀ ਖਰਚਣ ਲਈ, ਸੋਚੀਦਾ ਵੀ ਰੁਪਈਆ 2 ਰੁਪਈਏ 5 ਰੁਪਈਏ ਤਾਂ ਬੜੀ ਵੱਡੀ ਗੱਲ ਹੁੰਦੀ ਸੀ। ਇਹ ਸਾਨੂੰ ਮਿਲ ਜਾਣ ਤੇ ਆਪਾਂ ਆਪਦੀ ਮਰਜ਼ੀ ਦੇ ਨਾਲ ਜੋ ਤਲਿਆ ਬਲਿਆ ਜੋ ਸਾਡਾ ਦਿਲ ਕਰਦਾ ਉਹਨਾਂ ਨੂੰ ਖਾਈਏ, ਮਰਜ਼ੀ ਨਾਲ ਖਰਚੀਏ। ਫਿਰ ਉਹ ਮਹਾਰਾਜ ਨੇ ਸਭ ਕੁਝ ਦਿੱਤਾ। ਫਿਰ ਸੋਚੀਦਾ ਵੀ 100 ਰੁਪਈਆ ਹੋਏ, ਉਹ ਵੀ ਆ ਗਿਆ। ਫਿਰ ਹਜ਼ਾਰਾਂ ਦੀ ਸੋਚ ਬਣ ਗਈ। ਹਜ਼ਾਰਾਂ ਤੋਂ ਬਾਅਦ
10,000 ਸਾਨੂੰ ਮਿਲ ਜਾਏ ਮਹੀਨੇ ਦਾ, ਸਾਡਾ ਗੁਜ਼ਾਰਾ ਸੌਖਾ ਹੋ ਜਾਏ, ਸਾਨੂੰ ਸੁੱਖ ਮਿਲੂਗਾ। ਉਹ ਵੀ ਮਹਾਰਾਜ ਨੇ ਦੇ ਦਿੱਤਾ। ਤੇ ਲੱਖ ਕੁ ਰੁਪਈਆ ਹੋਵੇ ਤਾਂ ਸ਼ਾਇਦ ਜ਼ਿੰਦਗੀ ਸੌਖੀ ਹੋਵੇ, ਲੱਖ ਵੀ ਦੇ ਦਿੱਤਾ। ਤੇ ਫਿਰ ਕਿਸੇ ਆਖਿਆ ਵੀ 10 ਕੁ ਲੱਖ ਹੋਵੇ ਤੇ ਜ਼ਿੰਦਗੀ ਸੌਖੀ ਟੱਪ ਜਾਂਦੀ ਹੈ, ਫਿਰ ਕੁਛ ਕਰਨ ਦੀ ਲੋੜ ਨਹੀਂ ਪੈਂਦੀ। ਉਹ ਵੀ ਮਹਾਰਾਜ ਨੇ ਦੇਤਾ। ਫਿਰ ਅੱਗੇ ਮਹਿੰਗਾਈ ਹੋਰ ਵੱਧ ਗਈ, ਮਨ ਟਿਕਿਆ ਨਹੀਂ, ਤ੍ਰਿਸ਼ਨਾ ਹੋਰ ਅੱਗੇ ਚਲੀ ਗਈ। ਇਸ ਲਈ ਇਹ ਭੁਲੇਖਾ ਹੀ ਰਿਹਾ ਮਨ ਵਿੱਚ ਕਿ ਪੈਸੇ ਨਾਲ ਸ਼ਾਇਦ ਸੁੱਖ ਮਿਲ ਜਾਊਗਾ, ਵੀ ਇੰਨੇ ਕੁ ਮੈਨੂੰ ਮਿਲ ਜਾਣ। ਉਹ ਜਿੰਨੇ ਕੁ ਮਿਲਦੇ ਨੇ ਉਨੀ ਗਾਂਹ ਮਹਿੰਗਾਈ ਹੋ ਜਾਂਦੀ, ਲੋੜਾਂ ਗਾਂਹ ਵੱਧ ਜਾਂਦੀਆਂ ਨੇ। ਪਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ ਜਿੱਥੇ ਕਮਾਈ ਵੱਧ ਹੈ। ਇੰਗਲੈਂਡ ਦੇ ਪਾਉਂਡ ਜਿੰਨੇ ਕੀਮਤ ਵਾਲੇ ਨੇ ਉੱਥੇ ਖਰਚਾ ਵੀ ਉਹਨਾਂ ਕੀਮਤੀ ਹੈ। ਜਿੱਥੇ ਡਾਲਰ ਜਿੰਨੀ ਵੱਧ ਕੀਮਤ ਵਾਲਾ ਉੱਥੇ ਖਰਚਾ ਵੀ ਡਾਲਰਾਂ 'ਚ ਹੀ ਆ। ਤੇ ਇਸ ਵਾਸਤੇ ਕਹਿੰਦੇ ਬੈਠ ਕੇ ਖਾਂਦੇ ਆ ਤਾਂ ਖੂਹਾਂ ਦੇ ਖੂਹ ਖਾਲੀ ਹੋ ਜਾਂਦੇ ਨੇ। ਰੁਪਈਏ ਪਾਉਂਡ ਡਾਲਰ ਤਾਂ ਕੁਛ ਵੀ ਚੀਜ਼ ਨਹੀਂ ਹਨ। ਬੰਦੇ ਨੂੰ ਫਿਕਰ ਲੱਗਾ ਰਹਿੰਦਾ ਜਿੰਨੇ ਮਰਜ਼ੀ ਹੋਣ ਵੀ ਹਾਏ ਮੁੱਕ ਗਏ, ਕੀ ਕਰਾਂਗੇ। ਇਸ ਲਈ ਪੈਸੇ ਵਿੱਚ ਸੁੱਖ ਨਹੀਂ ਹੈ। ਮਹਾਰਾਜ ਕਹਿੰਦੇ ਨੇ ਆਪਾਂ ਨੇ ਧਨ ਦੌਲਤ ਇੰਨੀ ਕਮਾ ਕੇ ਵੇਖੀ ਹੈ ਕਿ ਬੌਕਰ ਲੈ ਕੇ ਡਬਲ ਬੈੱਡ ਦੀ ਚਾਦਰ ਵਿਛਾ ਕੇ ਬੌਕਰ ਨਾ ਹੁੰਜ ਕੇ ਤੇ ਪੰਡ ਭਰ ਕੇ ਇੰਡੀਆ ਭੇਜ ਦਿਓ, ਕੀ ਫਾਇਦਾ। ਆਪ ਤਾਂ ਫਿਰ ਟੁੱਟ ਟੁੱਟ ਮਰਦੇ ਰਹਿਣਾ। ਤਾਂ ਇਸ ਵਾਸਤੇ ਕਿਸੇ ਹੋਰ ਨੂੰ ਲਾਭ ਹੋ ਸਕਦਾ ਹੈ ਤੇ ਪਰ ਸਾਨੂੰ ਤਾਂ ਮਿਹਨਤ ਕਰਨੀ, ਕੰਮ ਤਾਂ ਕਰਨਾ ਹੀ ਪਊਗਾ। ਛੱਡ ਦਿਆਂਗੇ ਤੇ ਫਿਰ ਉੱਥੇ ਦਾ ਉੱਥੇ। ਇਸ ਲਈ ਦੌਲਤ ਦੀ ਕਮਾਈ ਦੇ ਨਾਲ, ਖੱਟਣ ਦੇ ਨਾਲ ਆਤਮਿਕ ਸੁੱਖ ਪ੍ਰਾਪਤ ਨਹੀਂ ਹੁੰਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਵੱਡਾ ਤਾਂ ਦੁਨੀਆ ਵਿੱਚ ਕੋਈ ਨਹੀਂ। ਗੁਰੂ ਸਾਹਿਬ ਨੇ ਤੱਤ ਕੱਢਿਆ ਹੈ। ਪਿਤਾ ਜੀ ਨੇ ਬੜੇ ਯਤਨ ਕੀਤੇ ਕਿ ਕਮਾਈ ਕਰਨ, ਪਰ ਮਹਾਰਾਜ ਕਹਿੰਦੇ ਬਾਬਾ ਮਾਇਆ ਸਾਥ ਨਾ ਹੋਏ। ਇਹ ਪਿਤਾ ਜੀ, ਇਹ ਜਿਹੜੀ ਮਾਇਆ ਹੈ ਇਹ ਬੰਦੇ ਦੇ ਨਾਲ ਸਾਥ ਨਿਭਾਉਣ ਵਾਲੀ ਨਹੀਂ ਹੈ। ਆ ਕਰੋਨਾ ਦੇ ਵਿੱਚ ਰੱਬ ਨੇ ਦੁਨੀਆ ਨੂੰ ਪ੍ਰਤੱਖ ਦਿਖਾਤਾ। ਕਰੋੜਾਂ ਅਰਬਾਂ ਰੁਪਈਏ ਦੇ ਮਾਲਕ ਜਦ ਸਾਹ ਹੀ ਘੁੱਟਿਆ ਗਿਆ, ਸਾਹ ਆ ਹੀ ਨਹੀਂ ਰਿਹਾ, ਨੱਕ ਬੰਦ ਤੇ ਮੂੰਹ ਬੰਦ, ਬੁਰੇ ਹਾਲ, ਉੱਥੇ ਪੈਸਾ ਕੀ ਕਰੂਗਾ। ਇਸ ਵਾਸਤੇ ਪੈਸੇ ਵਾਲੇ ਬੰਦੇ ਵੀ ਘਬਰਾ ਗਏ, ਕਿਉਂਕਿ ਜਿਹੜੀ ਜਾਨ, ਜਿਹੜੇ ਸਵਾਸ ਨੇ ਉਹ ਰੱਬ ਦੇ ਹੱਥ ਵਿੱਚ ਨੇ। ਉਹ ਜਦੋਂ ਮਰਜ਼ੀ ਕੁਛ ਵੀ ਕਰ ਸਕਦਾ ਹੈ। ਸੁੱਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਹੈ, ਨਾਮ ਦੇ ਵਿੱਚ ਹੈ, ਪੈਸੇ ਵਿੱਚ ਨਹੀਂ ਹੈ। ਦੁਨੀਆ ਤਾਂ ਖਰੀਦੀ ਜਾ ਸਕਦੀ ਹੈ, ਪਰ ਬਿਮਾਰੀ ਕਿਸ ਤਰ੍ਹਾਂ ਦੂਰ ਹੋਵੇ। ਮਹਾਰਾਜ ਮਦਦ ਕਰੇਗਾ, ਦਵਾਈ ਵੀ ਤਾਂ ਹੀ ਰਾਸ ਆਊਗੀ। ਇਸ ਲਈ ਮਨ ਵਿੱਚ ਭੁਲੇਖਾ ਹੈ ਵੀ ਪੈਸੇ ਨਾਲ ਜ਼ਿਆਦਾ ਘਰ ਬਣਾਉਣ ਦੇ ਨਾਲ ਸੁੱਖ ਹੁੰਦਾ। ਕੋਈ ਨਾ ਕੋਈ ਧੀ ਪੁੱਤ ਨਿਆਣਾ ਆਪ ਹੁਦਰਾ ਨਿਕਲ ਆਇਆ, ਉਹ ਦੁਖੀ ਕਰੂਗਾ। ਇਸ ਲਈ ਬੇਅੰਤ ਦੌਲਤ ਦੇ ਖੱਟਣ ਕਮਾਉਣ ਕਰਕੇ ਆਤਮਿਕ ਸੁੱਖ ਪ੍ਰਾਪਤ ਨਹੀਂ ਜੇ ਹੁੰਦਾ। ਗੰਗੂ ਦੇ ਮਨ ਵਿੱਚ ਇਹੀ ਭੁਲੇਖਾ ਸੀਗਾ ਕਿ ਮੋਹਰਾਂ ਦੀ ਖੁਰਜੀ ਮੈਂ ਚੋਰੀ ਕਰ ਲਵਾਂਗਾ ਤੇ ਸਾਹਿਬਜ਼ਾਦਿਆਂ ਨੂੰ ਫੜਾ ਕੇ ਮਗਰੋਂ ਲਾਵਾਂ ਤੇ ਆਪ ਸੁੱਖ ਦੇ ਨਾਲ ਬੈਠਾ ਰੋਟੀ ਖਾਵਾਂ। ਪਰ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸकी ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਉਹ ਤਾਂ ਇੱਕ ਪਰਮਾਤਮਾ ਦੀ ਮਾਇਆ, ਉਹ ਤਾਂ ਇੱਕ ਛਲ ਸੀਗੀ, ਮਾਈ ਮਾਇਆ ਛਲ। ਗੰਗੂ ਨੂੰ ਭੁਲੇਖਾ ਪੈ ਗਿਆ, ਅਸਲੀ ਤਾਂ ਕੁਛ ਵੀ ਨਹੀਂ ਸੀਗਾ। ਉਹ ਮਹਾਰਾਜ ਨੇ ਛਲ ਕੀਤਾ ਸੀਗਾ। ਉਹਨੂੰ ਜਾਪਿਆ ਕਿ ਪੈਸਾ ਹੈ, ਦੌਲਤ ਹੈ, ਮੈਨੂੰ ਸੁੱਖ ਦੇਵੇਗੀ। ਉਹ ਮਾੜਾ ਜਿਹਾ ਤਮਾਸ਼ਾ ਛਲ ਦਿਖਾ ਕੇ ਅਲੋਪ ਹੋ ਗਏ। ਧਰਤੀ ਵਿੱਚ ਦੱਬੀ ਲੱਭੀ ਹੋਈ ਨਹੀਂ, ਪੁੱਟ ਪੁੱਟ ਹੰਭ ਗਏ ਜਰਮਾਣੇ। ਫਿਰ ਉਹਨੂੰ ਪੁੱਠਾ ਟੰਗ ਕੇ ਬੜੀ ਬੁਰੀ ਮੋਤੇ ਮਾਰਿਆ। ਕਹਿੰਦੇ ਤੂੰ ਜਾਣ ਕੇ ਨਹੀਂ ਦੱਸ ਰਿਹਾ। ਸਾਹਿਬਜ਼ਾਦਿਆਂ ਨੂੰ ਤਾਂ ਉਹਨੇ ਫੜਾ ਦਿੱਤਾ ਤੇ ਪਰ ਗੰਗੂ ਵੀ ਸੁੱਖ ਦੀ ਨੀਂਦ ਨਹੀਂ ਸੌਂ ਸਕਿਆ। ਇਉਂ ਪੈਸੇ ਦੇ ਵਿੱਚ, ਬਹੁਤੀ ਖੱਟੀ ਕਮਾਈ ਕਰਨ ਦੇ ਵਿੱਚ ਆਤਮਿਕ ਸੁੱਖ ਪ੍ਰਾਪਤ ਨਹੀਂ ਹੁੰਦਾ। ਆ ਖਾੜਕੂਆਂ ਨੇ ਬੈਂਕ ਲੁੱਟੀ ਸੀ
ਤੇ ਐਲਾਨ ਕਰਤਾ, ਕਿਤੇ ਹੋਰ ਪੈ ਗਏ, ਕਿਤੇ ਹੋਰ। ਉਹ ਜਿੰਨਿਆਂ ਨੇ ਵੀ ਲੁੱਟੀ ਉਹ ਸਾਰੇ ਹੀ ਮਾਰੇ ਗਏ, ਇੱਕ ਦੂਜੇ ਨੂੰ ਸਾਰਿਆਂ ਨੇ, ਤੇਰੇ ਕੋ ਵੱਧ ਹੈ, ਮੇਰੇ ਕੋ ਘੱਟ ਹੈ, ਮੈਨੂੰ ਮਾਫ ਕਰਨਾ। ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਸਿੱਖ ਹੈ ਤੇ ਭਾਵੇਂ ਮੁਸਲਮਾਨ ਹੈ, ਉਪਦੇਸ਼ ਤਾਂ ਸਾਰਿਆਂ ਲਈ ਇੱਕੋ ਜਿਹੀ ਹੈ। ਇਹਨੇ ਵੀ ਸਾਨੂੰ ਸਿੱਖਾਂ ਨੂੰ ਢਿੱਡ ਭਰ ਲਈ ਮਹਾਰਾਜ ਦਈ ਜਾਏ ਤੇ ਦੂਜਿਆਂ ਲਈ ਮਾੜੀ ਹੈ, ਮਾੜੀ ਤਾਂ ਸਾਡੇ ਲਈ ਵੀ ਹੈ। ਭਾਵੇਂ ਕੋਈ ਗੁੱਸਾ, ਭਾਵੇਂ ਕੋਈ ਰਾਜੀ ਮੰਨੇ, ਇਹ ਤਾਂ ਜ਼ਹਿਰ ਰੂਪ ਹੈ, ਜਿਹੜਾ ਖਾਊਗਾ ਉਹ ਮਰੂਗਾ ਹੀ। ਭਾਵੇਂ ਮਿੱਠਾ ਤੇਲੀਆ ਹੈ, ਖਾਣ ਲੱਗਿਆਂ ਦਾ ਪਤਾ ਨਹੀਂ ਲੱਗਦਾ, ਬੰਦਾ ਖਾਈ ਜਾਂਦਾ ਦੋਨਾਂ ਹੱਥਾਂ ਨਾਲ। ਪਰ ਜਦੋਂ ਲੜਾਈ ਝਗੜਾ ਆਉਂਦਾ, ਕਲੇ ਕਲੇਸ਼ਾਂ ਗਲ ਪੈਂਦੇ ਨੇ, ਜਦੋਂ ਅਫਸਾਨਾ ਭੋਗਣਾ ਪੈਂਦਾ, ਉਦੋਂ ਔਖਾ ਹੁੰਦਾ ਹੈ। ਬਹੁਤੀ ਦੌਲਤ ਖੱਟਣ ਕਮਾਉਣ ਦੇ ਨਾਲ ਕਿ ਬਹੁਤਾ ਪੈਸਾ ਹੋਵੇਗਾ ਤੇ ਅਸੀਂ ਆਹ ਕਰਾਂਗੇ, ਉਹ ਕਰਾਂਗੇ, ਸੁਖੀ ਹੋ ਜਾਵਾਂਗੇ, ਉਹ ਬੰਦੇ ਜੇਲ੍ਹਾਂ 'ਚ ਪੈ ਕੇ ਦੁੱਖ ਭੋਗਦੇ। ਸਗੋਂ ਪਹਿਲਾਂ ਆਪਣਾ ਵੀ ਜਿਹੜਾ ਜਮ੍ਹਾਂ ਕੀਤਾ ਹੋਇਆ ਹੈ ਉਹ ਵੀ ਗਵਾ ਬੈਠਦੇ ਹਨ। ਬਾਬੇ ਦਾਤੂ ਗੁਰੂ ਅੰਗਦ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਗੁਰੂ ਅਮਰਦਾਸ ਜੀ ਦੀ ਵੱਖੀ 'ਚ ਉਹਨੇ ਲੱਤ ਮਾਰੀ, ਮਹਾਰਾਜ ਡਿੱਗ ਪਏ। ਸਿੰਘਾਸਣ ਤੋਂ ਸਰੀਰ ਸੰਭਲਿਆ ਨਾ ਗਿਆ। ਆਪ ਦੇ ਧਿਆਨ ਵਿੱਚ ਬੈਠੇ ਹੋਏ ਬਜ਼ੁਰਗ ਸਰੀਰ ਸੀਗਾ, ਪਰ ਗੁੱਸਾ ਨਹੀਂ ਕੀਤਾ, ਉਹਦੇ ਪੈਰ ਕੁੱਟਣ ਲੱਗ ਪਏ। ਆਖਿਆ ਵੀ ਤੇਰੇ ਪੈਰ 'ਚ ਦਰਦ ਹੋਈ ਹੋਊਗੀ, ਤੇ ਉਹਨੇ ਵੱਧ ਘੱਟ ਬੋਲਿਆ। ਗੁਰੂ ਜੀ ਚੁੱਪ ਚਪੀਤੀ ਅੰਮ੍ਰਿਤ ਵੇਲੇ ਉੱਠ ਕੇ ਬਾਸਰ ਕੇ ਗੱਲਾਂ ਦੇ ਰਾਹੀ ਪਏ। ਜੋ ਉਹਨੇ ਚੜ੍ਹਾਵਾ ਚੜਿਆ ਸੀਗਾ ਸਾਰਾ ਅੱਗੋਂ ਵਲੇਟ ਕੇ ਤੇ ਖੱਚਰ ਤੇ ਰੱਖ ਕੇ ਜਦ ਇੱਕ ਸੇਵਕ ਨਾਲ ਖਡੂਰ ਸਾਹਿਬ ਨੂੰ ਜਾਣ ਲੱਗਾ ਤੇ ਰਸਤੇ ਦੇ ਵਿੱਚ ਹਨੇਰਾ ਸੀ, ਸ਼ਾਮਾਂ ਪੈ ਗਈਆਂ। ਚੋਰਾਂ ਨੇ ਉਹ ਮਹਾਰਾਜ ਵਾਲਾ ਚੜ੍ਹਾਵਾ ਤਾਂ ਲੁੱਟਣਾ ਹੀ ਸੀਗਾ ਜਿਹੜਾ ਇਹ ਲੁੱਟ ਕੇ ਲਿਆਇਆ ਸੀ। ਇਹਦੇ ਵੀ ਕੱਪੜੇ ਲਵਾ ਲਏ। ਇਉਂ ਪਰੇਸ਼ਾਨੀ ਪਈ। ਬਹੁਤੇ ਧਨ ਦੌਲਤ ਖੱਟਣ ਕਮਾਉਣ ਕਰਕੇ ਸੁੱਖ ਨਹੀਂ ਮਿਲਦਾ, ਸਗੋਂ ਉਪਾਈ ਰੱਖ ਅੰਤ ਮੈਂ ਦੁੱਖ ਹੀ ਦੁੱਖ ਪ੍ਰਾਪਤ ਹੁੰਦਾ ਹੈ। ਜਦੋਂ ਤਾਂ ਸਾਡੇ ਕੋਲ ਪੈਸਾ ਨਹੀਂ ਸੀਗਾ, ਉਦੋਂ ਤਾਂ ਸਾਰੇ ਪ੍ਰੇਮ ਕਰਦੇ ਸੀਗੇ। ਵੇਖੋ ਨਿਆਣੇ ਦਾ ਮੂੰਹ ਚੁੰਮਦੇ ਚੱਟਦੇ ਨੇ, ਬਗਾਨੇ ਵੀ ਪ੍ਰੇਮ ਕਰਦੇ ਨੇ। ਮਾਂ ਪਿਓ ਵੀ, ਸਗੀ ਮਾਂ ਵੇਖੋ ਕਿੰਨਾ ਪਿਆਰ ਨਾਲ ਦੁੱਧ ਪਿਆਉਂਦੀ ਹੈ, ਮੱਖਣ ਮਲਾਈਆਂ। ਪਿਓ ਵੀ ਆਪਦੇ ਪੱਲਿਓਂ ਜਦੋਂ ਪੈਸੇ ਆ ਜਾਂਦੇ ਨੇ ਤੇ ਜਾਂ ਉਹ ਵਰਤਨ ਵਾਲੀ ਸ਼ਰੀਕਣ ਬੈਠ ਜਾਂਦੀ ਹੈ, ਉਹ ਫਿਰ ਪਤਾ ਨਹੀਂ ਸਾਰੇ ਰਿਸ਼ਤੇਦਾਰ ਮੂੰਹ ਕਿਉਂ ਘੁਮਾ ਲੈਂਦੇ ਨੇ। ਧਾਰਮਿਕ ਸਥਾਨਾਂ 'ਤੇ ਵੀ ਇਸ ਤਰ੍ਹਾਂ ਹੁੰਦਾ ਹੈ। ਜਿੰਨਾ ਚਿਰ ਤਾਂ ਨਿਸ਼ਕਾਮਤਾ ਰਹੇ, ਵਿਦਿਆਰਥੀ ਜੀਵਨ ਉਹਨਾਂ ਚਿਰ ਤਾਂ ਸੁੱਖ ਹੈ। ਜਦੋਂ ਬੰਦੇ ਕੋਲ ਪੈਸਾ ਆ ਗਿਆ, ਵੇਖਣ ਵਾਲਾ ਸੋਚਦਾ ਪਤਾ ਨਹੀਂ ਕਿੱਥੋਂ ਆ ਗਿਆ, ਕਿਵੇਂ ਲੈ ਲਿਆ, ਇਹ ਤਾਂ ਮੈਨੂੰ ਹੀ ਦੇ ਦੇਵੇ ਤਾਂ ਚੰਗਾ, ਇਹਨੂੰ ਕੀ ਲੋੜ ਪੈ ਗਈ ਇਸ ਤਰ੍ਹਾਂ ਜੀ ਉਸ ਤਰ੍ਹਾਂ ਜੀ, ਕੋਈ ਨਹੀਂ ਦਿੰਦਾ, ਫਿਰ ਝਗੜਾ ਖੜਾ ਹੁੰਦਾ। ਮਹਾਰਾਜ ਨੇ ਬਾਣੀ ਵਿੱਚ ਸੱਚਮੁੱਚ ਹੀ ਲਿਖਿਆ ਹੈ, ਕਹਿੰਦੇ ਉਹਨੂੰ ਘਰ ਘਰ ਮੇਲਿਓ ਦੂਆ। ਇਹ ਜਿਹੜੀ ਮਾਇਆ ਹੈ ਉਹਨੇ ਘਰੋਂ ਘਰ ਦਵੈਤ ਪਾਈ ਹੋਈ ਹੈ, ਭਰਾ ਭਰਾ 'ਚ ਲੜਾਈ ਪਾਈ ਹੋਈ ਹੈ। ਸੰਤ ਆਪਸ ਵਿੱਚ ਲੜ ਮਾਰ ਰਹੇ ਨੇ, ਡੇਰਿਆਂ ਬਦਲੇ, ਬੜੀ ਮੁਸ਼ਕਿਲ ਖੜੀ ਹੋਈ ਹੈ। ਧਾਰਮਿਕ ਸਥਾਨਾਂ 'ਤੇ ਵੀ ਕਮੇਟੀਆਂ ਦਾ ਝਗੜਾ ਹੁੰਦਾ, ਤੂੰ ਸੇਵਾਦਾਰ ਤੇ ਮੈਂ ਸੇਵਾਦਾਰ। ਇਸ ਤਰ੍ਹਾਂ ਬਹੁਤ ਜ਼ਿਆਦਾ ਕੰਟਰੋਵਰਸੀ ਮੁਕਾਬਲੇ ਹੁੰਦੇ ਨੇ। ਜੇ ਕੋਈ ਬੰਦਾ ਪੁੱਛੇ ਵੀ ਸੇਵਾ ਲਈ ਲੜਾਈ ਕਾਹਦੀ ਹੈ, ਜੇ ਕੋਈ ਸਵਾਲ ਕਰੇ ਵੀ ਜੇ ਤੁਸੀਂ ਸੇਵਾ ਕਰਨੀ ਹੈ ਤੇ ਲੜਦੇ ਕਾਹਤੋਂ ਭਾਈ? ਲੜਾਈ ਤਾਂ ਪੈਸੇ ਦੀ ਹੈ। ਤੋ ਇਸ ਵਾਸਤੇ ਸਪਸ਼ਟ ਹੀ ਹੈ ਸਾਰਿਆਂ ਦੇ ਵਿੱਚ, ਘਰਾਂ ਦੇ ਵਿੱਚ ਤਾਂ ਗ੍ਰਸਤੀਆਂ ਨੇ ਤਾਂ ਭਲਾ ਲੜਨਾ ਹੀ ਹੈ। ਤੋ ਇਸ ਲਈ ਕਿਸੇ ਹੀ ਵਾਦ ਘਾਟ ਕਿਸੇ ਹੀ ਪੈ ਸਗਲੇ ਲਲੜ ਹੋਆ। ਕਿਸੇ ਕੋ ਵੱਧ ਹੈ, ਕਿਸੇ ਕੋਲ ਘੱਟ ਹੈ, ਉਹ ਸਾਰੇ ਲਲੜ ਮਾਰਦੇ ਨੇ। ਜਿੰਨਾ ਚਿਰ ਤੁਸੀਂ ਨਿਸ਼ਕਾਮਤਾ 'ਚ ਰਹੋਗੇ ਉਹਨਾਂ ਚਿਰ ਕਲੇ ਕਲੇਸ਼ ਤੋਂ ਬਚੇ ਰਹੋਗੇ, ਮਨ ਵਿੱਚ ਸ਼ਾਂਤੀ ਰਹੇਗੀ। ਜਿਉਂ ਹੀ ਪੈਸਾ ਆ ਗਿਆ ਤਿਉਂ ਹੀ ਕੋਈ ਨਾ ਕੋਈ ਪ੍ਰੋਬਲਮ ਖੜੀ ਹੋ ਜਾਏਗੀ। ਜੇ ਸਰਕਾਰ ਨੂੰ ਪਤਾ ਲੱਗ ਗਿਆ ਉਹ ਟੈਕਸ ਲਾ ਲਊਗਾ, ਚੋਰ ਨੂੰ ਪਤਾ ਲੱਗ ਗਿਆ ਤੇ ਉਹ ਤੁਹਾਡੇ ਲੋਕ ਆਫਟਰ ਕਰੂਗਾ, ਉਹਦੀ ਉਹ ਸਾਰਾ ਵਾਚ ਕਰੂਗਾ, ਕਿੱਥੇ ਬਹਿੰਦਾ ਖਲੋਂਦਾ, ਕਿੱਥੇ ਸੌਂਦਾ। ਦਿਨੇ ਵੇਖ ਕੇ ਰਾਤ ਨੂੰ ਸੰਨ ਲਾ ਲਏਗਾ। ਤੇ ਇਉਂ ਜੇ ਵਰਤੀ ਨਹੀਂ ਚੰਗੇ ਪਾਸੇ ਤਾਂ
ਕਹਿੰਦੇ ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪ ਆਗ। ਫਿਰ ਅੱਗ ਆਦਿਕ, ਬਿਮਾਰੀ ਆਦਿਕ, ਵਕੀਲ ਡਾਕਟਰ ਆਦਿਕ ਦੇ ਖਰਚੇ ਪੈ ਕੇ ਖਤਮ ਹੋ ਜਾਏਗੀ ਜੇ ਧਰਮ ਦੇ ਵਿੱਚ ਵਰਤੀ ਗਈ। ਸੰਤਨ ਕਾ ਦਾਨਾ ਰੋਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ ਛਤੀ ਪ੍ਰਕਾਰ ਕੇ ਤੇ ਬਿਖੂ ਸਮਾਨ। ਸੰਤ ਆਪ ਤਾਂ ਰੁੱਖਾ ਮਿੱਸਾ ਖਾ ਲੈਂਦੇ ਨੇ, ਜੋ ਵੀ ਮਾਇਆ ਤੇਲਾ ਸਭ ਸਰਬੱਤ ਦੇ ਭਲੇ ਲਈ ਵਰਤਦੇ ਨੇ, ਉਹਨਾਂ ਲਈ ਤਾਂ ਮੁਬਾਰਕ ਹੈ, ਬਾਕੀਆਂ ਲਈ ਮਰ ਕਹਿੰਦੇ ਇਹ ਦੁਖਦਾਈ ਹੈ। ਸੋ ਸੋਰਠ ਮਹੱਲਾ ਪਹਿਲਾ, ਮਨ ਹਾਲੀ ਕਰਸਾਣੀ ਕਰਨੀ। ਇਸ ਲਈ ਮਹਾਰਾਜ ਨੇ ਅੰਤਰੀਵ ਖੇਤੀ ਕਰਨ ਵਾਸਤੇ ਕਿਹਾ ਹੈ। ਕਹਿੰਦੇ ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ। ਬਾਬਾ ਮਾਇਆ ਸਾਥ ਨ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਈ ਰਹਾਉ। ਹਾਨ ਹਟ ਕਰ ਯਾਰ ਜਾ, ਦੁਕਾਨ ਬਾਰੇ ਕੀ ਹੈ ਕਿ ਪ੍ਰਤੱਖ ਦੁਕਾਨ ਦੇ ਵਿੱਚ ਵੀ ਘਾਟਾ ਹੈ, ਅੰਤਰੀਵ ਦੁਕਾਨ ਕਰੋ। ਹਾਨ ਹਟ ਕਰ ਯਾਰ ਜਾ, ਸਚ ਨਾਮ ਕਰ ਵਥ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ, ਮੁਣ ਜਾਰੀਆਂ ਸਿਉ ਮੁਣਜ ਕਰ, ਲੈ ਲਾਹਾ ਮਨ ਹਸ। ਸੌਦਾਗਰੀ ਬਾਰੇ ਹੁਕਮ ਹੈ। ਸੁਨ ਸਾਸਤ ਸੌਦਾਗਰੀ, ਸਦ ਘੋੜੇ ਲੈ ਚੱਲ, ਖਰਚ ਬਨ ਚੰਗਿਆਈਆਂ, ਮਤ ਬਨ ਜਾਣੈ ਕੱਲ, ਨਿਰੰਕਾਰ ਕੈ ਦੇਸ ਜਾਹੇ, ਤਾਂ ਸੁਖ ਲਹੈ ਮਹਲ। ਸੋ ਲਾਈ ਚਿੱਤ ਕਰ ਚਾਕਰੀ, ਨੌਕਰੀ ਦਾ ਹੁਕਮ ਹੈ ਕਿ ਗੁਰੂ ਘਰ ਦੀ ਚਾਹ ਦੇ ਨਾਲ ਸੇਵਾ ਕਰੇ। ਮਨ ਨਾਮ ਕਰ ਕੰਮ, ਬਨ ਵਧੀਆ ਕਰ ਧਾਵਣੀ, ਦਾ ਕੋ ਆਖੈ ਧਨ, ਨਾਨਕ ਵੇਖੈ ਨਦਰ ਕਰ, ਚੜ੍ਹੈ ਚਵਗਣ ਵਨ। ਲਾਲਚ ਦੇ ਵਿੱਚ ਪੈ ਕੇ ਤੇ ਜ਼ਿੰਦਗੀ ਦਾ ਮਨੋਰਥ ਪੈਸਾ ਇਕੱਠਾ ਕਰਨਾ ਹੀ ਬਣਾ ਲੈਣਾ। ਗੁਜ਼ਾਰੇ ਜੋਗੀ ਤਾਂ ਰੱਬ ਸਭ ਨੂੰ ਦੇਵੇ, ਮੰਗਣਾ ਨਾ ਪਏ। ਫਰੀਦਾ ਬਾਰ ਪੁਰਾਇਆ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਇਹ ਵੈ ਰਖਸੀ ਜੀਓ ਸਰੀਰੋ ਲੇਹ। ਮਿਹਨਤ ਕਰਕੇ ਕਿਰਤ ਕਰਕੇ ਕਮਾਉਣ ਦਾ ਕੋਈ ਉਲਾਮਾ ਨਹੀਂ ਹੈ, ਪਰ ਜਿਹੜਾ ਬਹੁ ਪਰਪੰਜ ਕਰ ਪਰ ਧਨ ਲਿਆਵੈ, ਸੁਤਦਾਰਾ ਭਿਆਨ ਲੁਟਾਵੈ। ਮਨ ਮੇਰੇ ਭੋਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਵਲਛਲ ਕਰਕੇ ਰਿਸ਼ਵਤ ਠੱਗੀ ਠੋਰੀ ਆਦਿਕ, ਗਰੀਬ ਦੀ ਲੁੱਟ ਖਸੁੱਟ ਆਦਿਕ ਦੇ ਨਾਲ ਜਿਹੜਾ ਖੱਟੀ ਸਮਝਣੀ, ਕਮਾਈ ਸਮਝਣੀ ਤੇ ਉਹਨੂੰ ਜਮ੍ਹਾਂ ਕਰਨਾ ਕਿ ਮੈਂ ਸੁਖੀ ਹੋ ਜਾਵਾਂਗਾ, ਉਹਦੇ ਨਾਲ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਇੱਕ ਥਾਣੇਦਾਰ ਸੀ ਸਰਦਾਰ ਅਜੀਤ ਸਿੰਘ ਸੰਧੂ, ਤਰਨ ਤਾਰਨ ਇਲਾਕੇ ਦਾ, ਤੇ ਉਹਨੇ ਬੜੇ ਮੁੰਡੇ ਮਾਰੇ। ਮੁੜ ਕੇ ਤਤੀ ਹਵਾ ਆਪਦੇ ਉੱਪਰ ਪਈ, ਉਹਨੇ ਇੰਨੀ ਬੇਇੱਜ਼ਤੀ ਮੰਨੀ ਵੀ ਮੈਂ ਜੇਲ੍ਹ 'ਚ, ਇੰਨਾ ਮੈਂ ਸਰਕਾਰ ਦਾ ਪਾਲਤੂ ਕੁੱਕਰ ਸਰਕਾਰੀ ਬਚਨਾਂ ਨੂੰ ਪਾਲਦਿਆਂ ਇੰਨਾ ਪਾਪ ਕੀਤਾ ਤੇ ਮੈਨੂੰ ਵੀ ਜੇਲ੍ਹ 'ਚ। ਕਹਿੰਦੇ ਰੇਲ ਗੱਡੀ ਆ ਕੇ ਥੱਲੇ ਆ ਕੇ ਉਹਨੇ ਖੁਦਕੁਸ਼ੀ ਕਰ ਲਈ, ਪੈਰ ਧੜ ਕੇ ਤੇ ਲੱਤਾਂ ਕਿਤੇ, ਮਤਲਬ ਇੰਨਾ ਅੰਦਰੋਂ ਉਹਦੇ ਬੜਬੜਾ ਉੱਠਿਆ, ਅੰਦਰੋਂ ਹੀ ਗੁੱਬ ਗੁਬਾੜ ਅੱਗ ਪੈਦਾ ਹੋ ਗਈ। ਜਿਹੜਾ ਸੁੱਖ ਸੀਗਾ ਉਹ ਦੁੱਖ ਰੂਪ ਬਣ ਗਿਆ, ਬੜੀ ਮੁਸ਼ਕਿਲ ਪੈ ਗਈ। ਤੋ ਇਸ ਲਈ ਆ ਬਰਾੜ ਵੀ ਕਹਿੰਦੇ ਰੋਂਦਾ ਹੈ। ਮੁੰਡਾ ਨੌਜਵਾਨ ਮਰਿਆ, ਸਮੁੰਦਰ ਕੰਢੇ ਮਿਲਿਆ, ਘਰ ਵਾਲੀ ਕੈਂਸਰ ਨਾਲ ਮਰ ਗਈ ਤੇ ਆਪ ਵੀ ਕੈਂਸਰ ਦਾ ਮਰੀਜ਼ ਹੈ। ਇਸ ਵਾਸਤੇ ਕੋਈ ਕਿਸੇ ਦਾ ਸਾਥ ਨਹੀਂ ਨਿਭਾਉਂਦਾ। ਬਹੁਤੀ ਖੱਟੀ ਕਮਾਈ ਕਰਕੇ ਮੁੰਡੇ ਮਾਰ ਕੇ ਸਟਾਰ ਲੈਣੇ। ਸਾਡੇ ਇੱਕ ਰਿਸ਼ਤੇਦਾਰ ਨੇ ਇਸ ਤਰ੍ਹਾਂ ਕੀਤਾ ਤੇ ਉਹ ਮੈਂ ਰੋਂਦਾ ਆਪਦੀਆਂ ਅੱਖਾਂ ਨਾਲ ਵੇਖਿਆ। ਬਾਬਾ ਜੀ ਨੂੰ ਕਹਿੰਦਾ ਵੀ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਸ਼ਰਾਬ ਪੀਤੀ ਹੋਈ ਰੋਈ ਜਾਏ, ਪੈਰਾਂ ਦੇ ਵਿੱਚ ਮਹਾਂਪੁਰਖਾਂ ਦੇ ਚਰਨ ਰੱਖੇ, ਚਰਨਾਂ ਦੇ ਵਿੱਚ ਸਿਰ ਰੱਖਿਆ ਹੋਇਆ ਤੇ ਮਾਫੀਆਂ ਮੰਗੀ ਜਾਏ। ਕਹਿੰਦੀ ਜੀ ਮੈਂ 60 ਮੁੰਡੇ ਮਾਰੇ, ਗਿਣਤੀ ਦੇ 60, ਤੇ ਮੈਨੂੰ ਮਾਫ ਕਰ ਦਿਓ। ਸਕਾ ਸਾਡਾ ਰਿਸ਼ਤੇਦਾਰ ਮੁੰਡਾ ਰੱਬ ਦਾ ਭਗਤ ਜੰਮਿਆ, ਉਹਨੇ ਮਹਾਂਪੁਰਖਾਂ ਦੇ ਚਰਨ ਪਵਾਏ ਵੀ ਮੇਰੇ ਪਿਓ ਨੂੰ ਬਖਸ਼ ਲਓ। ਤੇ ਇਸ ਵਾਸਤੇ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ।
ਆ ਪੂਲਾ ਨਿਹੰਗ ਸੜ ਕੇ ਮਰਿਆ, 90% ਸਰੀਰ ਝੁਲਸਿਆ, PGI ਰੋਂਦਾ ਮਰਿਆ ਕਿ ਮੇਰੀ ਸਿਕਿਉਰਿਟੀ ਲਾ ਲਈ, ਮੈਨੂੰ ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਕਿਉਂ? ਦੁਨੀਆ ਕਿਸੇ ਦੀ ਮਿੱਤ ਨਹੀਂ ਹੈ। ਜਿੰਨਾ ਚਿਰ ਕੰਮ ਦਿਓ ਉਹਨਾਂ ਚਿਰ ਵਾਹ ਵਾਹ, ਤੇ ਉਹਨਾਂ ਬਲੈਕ ਕੈਟਾਂ ਨੂੰ ਆਪ ਹੀ ਛੋਟ ਕਰਕੇ ਉਹਨਾਂ ਛੱਪੜ 'ਚ ਨਹਿਰ 'ਚ ਮਾਰਿਆ। ਕੰਮ ਨਹੀਂ, ਕੰਮ ਹੋ ਗਿਆ। ਤਾਂ ਇਸ ਲਈ ਇਸ ਤਰ੍ਹਾਂ ਦੇ ਕੰਮ ਕਰਕੇ ਜਿੰਨਾ ਖੱਟੀ ਕਮਾਈ ਕੀਤੀ, ਸਟਾਰ ਲਏ, ਉਹਨਾਂ ਦੇ ਬੁਰੇ ਹਾਲ ਹੋਏ ਨੇ ਤੇ ਹੋਣ ਵਾਲੇ ਨੇ ਜਾਂ ਹੋਣਗੇ। ਇਹਦੇ 'ਚ ਕੋਈ ਅਤਕਥਨੀ ਨਹੀਂ ਹੈ। ਰੱਬ ਦੀ ਕੁਦਰਤ, ਉਹਦੇ ਕਾਨੂੰਨ ਆਪਦੇ ਨੇ, ਬੰਦੇ ਦੇ ਕਾਨੂੰਨ ਉਹਦੇ ਅੱਗੇ ਫੇਲ ਹੋ ਜਾਂਦੇ ਹਨ। ਇਸ ਲਈ ਮਹਾਰਾਜ ਕਹਿੰਦੇ ਸਮਝ ਕੇ ਰਹੋ ਭਾਈ। ਫਰੀਦਾ ਰੁੱਖੀ ਸੁੱਖੀ ਖਾਇਕ, ਠੰਡਾ ਪਾਣੀ ਪੀਓ। ਦੇਖ ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਈ ਜੀ। ਚੋਪੜੀ ਰੋਟੀ ਵੇਖ ਕੇ ਆਪਦੇ ਦਿਲ ਨੂੰ ਨਾ ਤਰਸਾਓ ਵੀ ਫਲਾਣਾ ਸੁੱਖ ਭੋਗ ਰਿਹਾ। ਸੱਚ ਦੇ ਉੱਪਰ ਪਹਿਰਾ ਦਿਓ, ਮਹਾਰਾਜ ਦੇ ਅੱਗੇ ਸਨਮੁਖ ਰਹੋ, ਸੱਚੇ ਜੀਵਨ ਦੀ ਕਮਾਈ ਕਰੋ। ਬਹੁਤੀ ਖੱਟੀ ਕਮਾਈ ਦੇ ਨਾਲ ਮਹਾਰਾਜ ਕਹਿੰਦੇ ਸੁੱਖ ਨਹੀਂ ਹੈ। ਜਿਹੜੇ ਸਾਡੇ ਪੁਰਾਣੇ ਬਜ਼ੁਰਗ ਜਿਨ੍ਹਾਂ ਆਪਦੀ ਸ਼ਹੀਦੀ ਦਿੱਤੀ, ਵੇਖੋ ਪੁਰਾਣੇ ਸਿੰਘ, ਉਹਨਾਂ ਨੇ ਸਿੱਖੀ ਕਮਾਈ, ਬਾਣੀ ਪੜ੍ਹੀ, ਨਾਮ ਜਪਿਆ, ਚੜ੍ਹਦੀ ਕਲਾ ਵਿੱਚ ਰਹੇ। ਅੱਜ ਸਾਡੇ ਕੋਲ ਰੱਬ ਦਾ ਦਿੱਤਾ ਸਾਰਾ ਕੁਝ ਹੈ, ਪਰ ਫਿਰ ਵੀ ਸਾਨੂੰ ਬਿਮਾਰੀਆਂ, ਦੁੱਖ, ਪਰੇਸ਼ਾਨੀਆਂ ਉਹ ਘੇਰ ਰਹੀਆਂ ਨੇ। ਕਾਰਨ ਕੀ ਹੈ? ਕਿਉਂਕਿ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਕਬੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਲਿਵਲਾਏ। ਬਾਣੀ ਤੇ ਨਾਮ ਦਾ ਖਜ਼ਾਨਾ ਕਹਿੰਦੇ ਖੱਟੋ ਤੇ ਕਮਾਓ, ਇਕੱਤਰ ਕਰੋ, ਆਪ ਕਮਾਓ ਅਬਰਾ ਉਪਦੇਸ਼। ਸੁਖ ਨਾਹੀ ਭਿਖੇ ਨਿਰਤ ਨਾਟੇ। ਵੇਸਵਾਵਾਂ ਦੇ ਨਾਚ ਵੇਖਣੇ, ਪਹਿਲਾਂ ਤਾਂ ਕੋਈ ਪੁੱਜ ਕੇ ਮਜਮੇ 'ਚ ਜਾਂਦਾ ਹੁੰਦਾ ਸੀਗਾ। ਅੱਜ ਕੱਲ੍ਹ ਘਰੋਂ ਘਰੀ ਟੀਵੀਆਂ ਦਾ ਜ਼ਮਾਨਾ, ਫਿਰ LCDਆਂ ਤੇ ਹੁਣ ਉਹ ਵੀ ਮੋਬਾਈਲ ਹੀ ਜੇਬ 'ਚ, ਜਿੱਥੇ ਮਰਜ਼ੀ ਸੁੱਚ ਨੱਪੋ। ਕੋਈ ਪਾਰਕ 'ਚ ਬੈਠਾ ਤੁਹਾਨੂੰ ਮਿਲੂਗਾ, ਕੋਈ ਬੱਸ ਸਟੈਂਡ ਤੇ, ਕੋਈ ਕਹਿੰਦੇ। ਸਭ ਦਾ ਧਿਆਨ ਸਾਈਕਲ, ਮੋਟਰਸਾਈਕਲ ਚਲਾਉਂਦੇ। ਇੰਨਾ ਬੇੜਾ ਗਰਕ ਹੋਇਆ ਦੁਨੀਆ ਦਾ, ਅੱਗੇ ਭਾਵੇਂ ਐਕਸੀਡੈਂਟ ਹੋ ਜਾ। ਮੈਂ ਕਈਆਂ ਨੂੰ ਕਾਰ ਚਲਾਉਂਦਿਆਂ ਵੇਖਿਆ ਵੀ ਇਹ ਜੂੰ ਚਾਲ ਕਿਉਂ ਚੱਲ ਰਿਹਾ, ਇਹ ਤੁਰਦਾ ਕਿਉਂ ਨਹੀਂ, ਹੱਥ 'ਚ ਉਹ ਮਾਂ ਵਾਲਾ ਮੋਬਾਈਲ ਫੜਿਆ ਹੋਇਆ। WhatsApp ਖੋਲ੍ਹੀ ਆ, Facebook ਤੇ ਫੋਟੋਆਂ ਵੇਖੀ ਜਾਂਦੇ ਨੇ, ਨਾਚ ਗਾਣਾ, ਕੋਈ ਰੋਕਣ ਵਾਲਾ ਨਹੀਂ, ਕੋਈ ਕਿਰਾਇਆ ਨਹੀਂ, ਕੋਈ ਭਾੜਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਸਭ ਕੁਝ ਫਰੀ ਹੈ। ਤਾਂ ਇਸ ਲਈ ਮਹਾਰਾਜ ਕਹਿੰਦੇ ਵੀ ਇਹ ਦੁੱਖ ਦਾ ਕਾਰਨ ਹੈ। ਅੱਜ ਕੱਲ੍ਹ ਜੋ ਕੁਛ ਚੋਰੀਆਂ ਯਾਰੀਆਂ ਹੋ ਰਹੀਆਂ, ਸਭ ਇਹਨਾਂ ਦੀ ਦੇਣ ਹੈ। ਇਹ ਤਮਾਸ਼ੇ ਆਦਿਕ ਵੇਖਣ ਕਰਕੇ ਵੀ ਕਿਸੇ ਨੂੰ ਸੁੱਖ ਪ੍ਰਾਪਤ ਨਹੀਂ ਹੁੰਦਾ। ਵੇਖਿਆ ਸੁਖ ਨਾਹੀ ਬਹੁ ਦੇਸ ਕਮਾਏ। ਬਹੁਤ ਸਾਰੇ ਦੇਸ਼ਾਂ ਦੇ ਰਾਜ ਕਮਾਉਣ ਕਰਕੇ ਵੀ ਆਤਮਿਕ ਸੁੱਖ ਪ੍ਰਾਪਤ ਨਹੀਂ ਹੁੰਦਾ ਹੈ। ਰਾਜੇ ਵੀ ਰੋਂਦੇ ਮਰਦੇ ਨੇ। ਆ ਸਦਾਮ ਹੁਸੈਨ ਦੀ ਵੇਖੋ ਕਿ ਬੁਰੀ ਹਾਲਤ ਹੋਈ, ਮੁਸ਼ਕਲ ਖੜੀ ਹੋ ਗਈ। ਜੂਆਂ ਸਿਰ 'ਚ ਗੋੜੇ ਗੋੜੇ ਪਾਈਆਂ ਤੇ ਬੜਾ ਗੰਦਾ ਮੈਲਾ ਕੁਚੈਲਾ ਕੰਬਲ ਬੇਸਮੈਂਟ 'ਚੋਂ ਉਹਨੂੰ ਪਕੜਿਆ ਗਿਆ। ਉਹ ਇੰਗਲੈਂਡ ਦੀ ਕਮੀਨ ਦੇ ਨਾਲ ਬੈਠ ਕੇ ਦੁਪਹਿਰ ਦਾ ਭੋਜਨ ਖਾਂਦਾ ਸੀ। ਏਡੇ ਵੱਡੇ ਲੋਕ ਰੋਣ ਤੇ ਮਜਬੂਰ ਕਰ ਦਿੱਤੇ ਕੁਦਰਤ ਨੇ। ਆਪਾਂ ਤਾਂ ਬੜਾ ਕਿੱਥੇ ਤੁਰੇ ਫਿਰਦੇ ਹਾਂ। ਜਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਡਾਲਰ ਤੇ ਪਾਉਂਡ ਕਮਾਉਣ ਦੇ ਨਾਲ ਸੁੱਖ ਨਹੀਂ ਹੈ। ਮੈਨੂੰ ਯਾਦ ਹੈ ਵੀ ਵੇਅਰ ਹਾਊਸ ਚੋਂ ਸ਼ਾਪਿੰਗ ਕਰਕੇ ਤੇ ਸ਼ਾਮਾਂ ਨੂੰ ਜਦ ਅਸੀਂ ਚੜ੍ਹਨਾ ਸੀ ਕੈਨੇਡਾ, ਟੋਰਾਂਟੋ ਦੀ ਗੱਲ ਹੈ, ਮੀਆਂ ਬੀਬੀ ਗੁਰਸਿੱਖ ਸੀਗੇ, ਬੜੇ ਧਾਰਮਿਕ ਖਿਆਲਾਂ ਦੇ। ਜਦ ਮੈਂ ਬਿੱਲ ਕਟਾਇਆ ਤੇ ਬਿੱਲ ਬੋਝੀ 'ਚ ਪਾਇਆ, ਪੈਕਿੰਗ ਕਰਾ ਕੇ ਲੱਗੇ ਤੁਰਨ, ਤੇ ਉਹ ਰੋਈ ਪਈ ਬੀਬੀ। ਘਰ ਵਾਲਾ ਉਹਦੇ ਮੂੰਹ ਵੱਲ ਵੇਖਿਆ। ਮੈਂ ਕਿਹਾ ਕੀ ਹੋਇਆ ਭੈਣਾ? ਕਹਿੰਦੀ ਤੁਸੀਂ ਇੰਡੀਆ ਚੱਲੇ? ਮੈਂ ਕਿਹਾ ਜੀ ਹਾਂ, ਸਾਡਾ ਟਾਈਮ ਪੂਰਾ ਹੋ ਗਿਆ, ਹੁਣ 10 ਦਿਨ ਰਹਿ ਗਏ ਸਾਰੇ, ਇੰਨੇ ਕੁ ਦਿਨ ਤਾਂ ਛੱਡਣੇ ਚਾਹੀਦੇ ਨੇ। ਤੇ ਕਹਿੰਦੀ ਸ਼ੁਕਰ ਹੈ, ਤੁਹਾਡੇ ਭਾਗ ਬੜੇ ਵੱਡੇ ਨੇ, ਤੁਸੀਂ ਇੰਡੀਆ ਚੱਲੇ। ਮੈਂ ਕਿਹਾ ਦੁਨੀਆ ਉੱਥੋਂ ਤਾਂ ਇੱਧਰ ਨੂੰ ਭੱਜਦੀ ਹੈ। ਕਹਿੰਦੇ ਨਹੀਂ ਜੀ। ਮੈਂ ਕਿਹਾ ਐਡਾ ਵੱਡਾ ਵੇਅਰ ਹਾਊਸ, ਕਿੰਨਾ ਵੱਡਾ ਮਾਲ, ਕਿੰਨੇ ਨੌਕਰ ਕੰਮ ਕਰ ਰਹੇ, ਕਿੰਨਾ ਵਿੱਚ ਮਾਲ ਅਸਬਾਬ। ਕਹਿੰਦੇ ਨਹੀਂ, ਅਸੀਂ ਤਾਂ ਬੱਝੇ ਹੋਏ ਆ, ਪੈਰਾਂ ਸੰਗਲ ਪਏ ਹੋਏ ਨੇ। ਜੀ ਬੜਾ ਕਰਦਾ ਵੀ ਦਰਬਾਰ ਸਾਹਿਬ ਮੱਥਾ ਟੇਕੀ, ਆਪਦੇ ਪੰਜਾਬ ਨੂੰ ਵੇਖੀ, ਪਰ ਜਾ ਨਹੀਂ ਸਕਦੇ। ਤੇ ਤੁਹਾਨੂੰ ਮਹਾਰਾਜ ਨੇ ਵਧੀਆ ਬਣਾਇਆ,
ਤੇ ਮੈਂ ਸੋਚਾਂ ਵੀ ਉਹ ਚੰਗੇ ਨੇ, ਉਹ ਕਹਿੰਦੇ ਅਸੀਂ ਚੰਗੇ ਆ। ਮਤਲਬ ਜਿੱਥੇ ਵੀ ਕੋਈ ਬੈਠਾ ਹੈ ਉਹਨੂੰ ਆਪਦੇ ਕੰਮ 'ਚ ਤਸੱਲੀ ਨਹੀਂ ਹੈ, ਉਹ ਕੰਮ ਚੇਂਜ ਕਰਨਾ ਚਾਹੁੰਦਾ ਹੈ। ਕਾਰਨ ਕੀ ਆ ਵੀ ਖਬਰਿਆ ਕੋਈ ਅੱਗੇ ਹੋਰ ਲਾਭ ਮਿਲੂਗਾ। ਤੇ ਪਰ ਮਹਾਰਾਜ ਤੁਹਾਨੂੰ ਤੱਤ ਦੀ ਗੱਲ ਦੱਸ ਰਹੇ ਨੇ ਵੀ ਬਹੁਤੇ ਦੇਸ਼ਾਂ 'ਚ ਕਮਾਈ 'ਚ ਸੁੱਖ ਨਹੀਂ ਹੈ। ਸਰਬ ਸੁਖਾ ਹਰ ਹਰ ਗੁਣ ਗਾਏ। ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣਾ ਸਾਨੂੰ ਵਾਹਿਗੁਰੂ ਹੀ ਪਊਗਾ, ਭਾਵੇਂ ਇੱਥੇ ਇੰਡੀਆ 'ਚ ਬੈਠੇ ਕਹਿੰਦੇ ਰਹੋ ਤੇ ਭਾਵੇਂ ਉੱਥੇ ਬਾਹਰ ਕਰਨੀ ਸੰਗਤ ਹੀ ਪਊਗੀ। ਸੁੱਖ ਤਾਂ ਹੀ ਮਿਲੇਗਾ। ਸਾਰੇ ਸੁੱਖ ਹਰੀ ਦੇ ਗੁਣ ਗਾਉਣ 'ਚ ਨੇ, ਕਥਾ ਕਰਨ 'ਚ ਤੇ ਕੀਰਤਨ ਕਰਨ 'ਚ, ਹੋਰ ਕਿਤੇ ਦਿਲ ਨਹੀਂ ਲੱਗੂਗਾ। ਸੁਖ ਸਹਿਜ ਆਨੰਦ ਲਹੋ। हे ਭਾਈ, ਸਾਧ ਸੰਗਤ ਦੁਆਰਾ ਅਚੁੱਤ ਸੁਖ ਰੂਪ ਪਰਮਾਤਮਾ ਦੇ ਆਨੰਦ ਨੂੰ ਤੁਸੀਂ ਪ੍ਰਾਪਤ ਕਰੋ। ਇੱਥੇ ਇੱਕ ਪ੍ਰੇਮੀ ਜੋੜਾ 70 ਸੈਕਟਰ ਤੋਂ ਡੇਲੀ ਮੱਥਾ ਟੇਕਣ ਆਉਂਦਾ ਹੈ। ਉਹਨਾਂ ਮੈਨੂੰ ਬਾਂਹ ਤੋਂ ਫੜ ਕੇ ਪਾਸੇ ਕੀਤਾ। ਮੈਨੂੰ ਕਹਿੰਦੇ ਤੁਸੀਂ ਬਾਹਰੋਂ ਕਿਉਂ ਆ ਗਏ? ਮੈਂ ਕਿਹਾ ਸਾਡਾ ਟਾਈਮ ਹੁੰਦਾ ਪੂਰਾ ਹੋ ਗਿਆ, ਟਾਈਮ ਤੋਂ ਵੱਧ ਬੰਦਾ ਰਹਿ ਨਹੀਂ ਸਕਦਾ। ਕਹਿੰਦੇ ਅੱਛਾ, ਸਾਨੂੰ ਤਾਂ ਪੱਕਾ ਹੀ ਕਹਿੰਦੇ ਸਭ ਕੁਝ PR ਇੱਥੋਂ ਹੋਇਆ, ਅਸੀਂ ਤਾਂ ਉਹ ਭੱਜ ਕੇ ਆਏ ਆ। ਕਹਿੰਦੇ ਉੱਥੇ ਦਿਲ ਹੀ ਨਹੀਂ ਲੱਗਦਾ। ਕੈਨੇਡਾ ਕਿੱਡਾ ਸੋਹਣਾ ਤੇ ਵਧੀਆ ਦੇਸ਼ ਹੈ। ਕਹਿੰਦੇ ਨਿਆਣੇ ਸਿੱਖੀ ਤੋਂ ਦੂਰ ਹੋ ਜਾਣਗੇ, ਉਹ ਇੱਥੇ ਬੈਠੇ ਨੇ। ਕਈ ਵਾਰ ਮੈਂ ਉਹਨਾਂ ਨੂੰ ਪੁੱਛਿਆ ਵੀ ਜਾਣਾ ਨਹੀਂ, ਕਹਿੰਦੇ ਨਹੀਂ, ਜੀ ਨਹੀਂ ਕਰਦਾ। ਤਾਂ ਇਸ ਵਾਸਤੇ ਮਹਾਰਾਜ ਦੇ ਗੁਣਾਂ ਦੇ ਵਿੱਚ ਹੀ ਕਹਿੰਦੇ ਸੁੱਖ ਹੈ। ਸਾਧ ਸੰਗਤ ਪਾਈਐ ਵਡ ਭਾਗੀ। ਜੇ ਤੁਸੀਂ ਆਨੰਦ ਲੈਣਾ ਹੈ, ਅਚੁੱਤ ਸੁੱਖ ਪਾਉਣਾ ਹੈ ਤੇ ਸਾਧ ਸੰਗਤ ਕਰੋ। ਸਾਧ ਸੰਗਤ ਦੁਆਰਾ ਅਚੁੱਤ ਸੁੱਖ ਰੂਪ ਪਰਮਾਤਮਾ ਦੇ ਆਨੰਦ ਨੂੰ ਪ੍ਰਾਪਤ ਕਰੋ। ਪਰ ਵੱਡੇ ਭਾਗਾਂ ਕਰਕੇ ਹੀ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖ ਹਰ ਹਰ ਨਾਮ ਕਹੋ। ਤੁਹਾਨੂੰ ਬੇਨਤੀ ਹੈ ਕਿ ਮੁਖੀ ਗੁਰਾਂ ਨੂੰ ਧਾਰਨ ਕਰਕੇ ਗੁਰਾਂ ਦੁਆਰਾ ਹਰੇ ਭਰੇ ਕਰਨ ਵਾਲੇ ਹਰੀ ਪਰਮਾਤਮਾ ਦੇ ਅਧਿਕਾਰੀ ਬਣ ਕੇ ਇੱਕ ਵਾਰ ਨਹੀਂ, ਬਾਰ-ਬਾਰ ਪ੍ਰੇਮ ਨਾਲ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਰਹਾਉ। ਮਹਾਰਾਜ ਕਹਿੰਦੇ ਵੀ ਅੱਜ ਇੰਨੀ ਕਥਾ ਬਹੁਤ ਹੈ, ਕਾਲ ਨਾ ਕਰੋ, ਠਹਿਰੋ, ਰੁਕ ਜਾਓ, ਸੋਚੋ, ਸਮਝੋ, ਵਿਚਾਰੋ। ਜੇ ਤੁਹਾਨੂੰ ਇਹ ਵਿਚਾਰ ਚੰਗੀ ਲੱਗੀ ਹੈ ਤੇ ਉਹਨੂੰ ਆਪਣੇ ਮਨ ਵਿੱਚ ਧਾਰਨ ਕਰੋ। ਥੋੜਾ ਜਿਹਾ ਇੱਥੇ ਅਟਕ ਕੇ ਸੋਚਣ ਲਈ ਸਮਾਂ ਕੱਢੋ। ਇਸ ਤੋਂ ਅਗਲੀ ਕਥਾ ਕੱਲ ਨੂੰ ਸਰਵਣ ਕਰਵਾਵਾਂਗੇ ਜੀ। ਭੁੱਲਾਂ ਚੁੱਕਾਂ ਖਿਮਾ ਕਰੋ, ਅੱਗੇ ਤੋਂ ਸਮਰਥ ਬਖਸ਼ੋ। ਸੁਖ ਸਹਿਜ ਆਨੰਦ ਲਹੋ। ਸਾਧ ਸੰਗਤ ਪਾਈਐ ਵਡ ਭਾਗੀ। ਗੁਰਮੁਖ ਹਰ ਹਰ ਨਾਮ ਕਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ। ਸਤਿਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ